ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿਸ਼ੇਸ਼ ਪ੍ਰੋਗਰਾਮ ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੇਰੇ ਨਾਲ ਨੇ ਸੁਖਚੈਨ ਰਾਹੀ ਜੀ RS ਗਲੋਬਲ ਤੋਂ। ਵਿਸ਼ੇਸ਼ ਤੌਰ ਤੇ ਅੱਜ ਅਸੀਂ ਜਿਨ੍ਹਾਂ ਟੌਪਿਕਸ ਦੇ ਉੱਪਰ ਗੱਲ ਕਰਨੀ ਹੈ ਕਾਫੀ ਹੌਟ ਤੇ ਪੱਕਵੇਂ ਮੁੱਦੇ ਨੇ। ਸਪੌਸ ਬਹੁਤ ਵੱਡੀ ਦੁਬਿਧਾ ਦੇ ਵਿੱਚ ਹੈ, ਬਹੁਤ ਵੱਡੀ ਚਿੰਤਾ ਦੇ ਵਿੱਚ ਹੈ। ਇੱਕ ਪਾਸੇ ਤਾਂ ਆਸਟ੍ਰੇਲੀਆ ਨੂੰ ਇਹ ਕਿਹਾ ਜਾ ਰਿਹਾ ਕਿ ਸਟ੍ਰਿਕਟ ਹੋ ਗਿਆ, ਬੰਦ ਹੋ ਗਿਆ, ਪਰ ਦੂਜੇ ਪਾਸੇ ਸਪੌਸ ਕੇਸ ਗੈਪ ਵਾਲੇ ਵੀ ਵੀਜ਼ੇ ਆ ਰਹੇ ਨੇ। ਉਹ ਕਿਵੇਂ ਆ ਰਹੇ ਨੇ, ਕੀ ਲਿਆਕਤ ਹੈ, ਕੀ ਖਾਸ ਗੁਣ ਨੇ ਏਜੰਟਸ ਦੇ ਵਿੱਚ, ਉਹਨਾਂ ਬਾਰੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਆਸਟ੍ਰੇਲੀਆ ਦੇ ਸਪੌਸ ਕੇਸਾਂ ਬਾਰੇ ਨਾਲ USA ਬਾਰੇ ਵੀ ਚਰਚਾ ਕਰਾਂਗੇ। RS ਗਲੋਬਲ ਵੱਲੋਂ ਫਾਈਲਸ ਫੜ ਕੇ ਐਮਬੈਸੀ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ। ਸੋ ਪ੍ਰੋਸੈਸ ਜਿਹੜਾ ਹੈਗਾ ਸ਼ੁਰੂ ਹੋ ਗਿਆ। ਜਿਹੜੇ ਵਿਦਿਆਰਥੀ USA ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਕਿਊਬਿਕ ਨਰਸਿਸ ਕੈਨੇਡਾ ਆਸਟ੍ਰੇਲੀਆ ਸਕੂਲਿੰਗ ਤੇ ਨਾਲ ਵਿਜ਼ਟਰਸ ਅਤੇ ਵਿਦਆਊਟ ਆਇਲਸ ਨਿਊਜ਼ੀਲੈਂਡ ਵਾਲੇ ਵਿਦਿਆਰਥੀਆਂ ਬਾਰੇ ਵੀ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਰਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਰਣਵੀਰ ਭਾਜੀ। ਦੇਸ਼ ਪ੍ਰਦੇਸ਼ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੇਰੇ ਵੱਲੋਂ ਤੇ ਮੇਰੀ ਪੂਰੀ RS ਗਲੋਬਲ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਫ ਦਾ ਰਿਕਾਰਡ ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਡਾ ਇੱਕ ਵੀਜ਼ਾ ਆਇਆ ਕਿ ਜਿਹੜਾ ਸਪੌਸ ਕੇਸ ਹੈਗਾ, ਜਿਹੜਾ ਕਿ ਲੱਗਣ ਵਾਲਾ ਨਹੀਂ ਸੀ, ਤੁਸੀਂ ਲਵਾਇਆ ਹੈਗਾ, ਰੀਸੈਂਟ ਵੀਜ਼ਾ ਆਇਆ ਹੈਗਾ। ਇੱਕ ਪਾਸੇ ਜਿਵੇਂ ਮੈਂ ਭੂਮਿਕਾ ਦੇ ਵਿੱਚ ਵੀ ਜ਼ਿਕਰ ਕੀਤਾ, ਇਹ ਰੌਲਾ ਪੈ ਰਿਹਾ ਕਿ ਸਟ੍ਰਿਕਟ ਹੋ ਗਿਆ, ਇੱਕ ਪਾਸੇ ਸਪੌਸ ਕੇਸਾਂ ਵਰਗੇ ਵੀਜ਼ੇ ਆ ਰਹੇ ਨੇ। ਕੀ ਫਰਕ ਦੇਖ ਰਹੇ ਹੋ? ਕਿ ਫਾਈਲ ਦੀ ਪ੍ਰੈਜੈਂਟੇਸ਼ਨਸ ਅੱਛੀ ਹੈ? ਦੇਖੋ ਭਾਜੀ, ਫਾਈਲ ਉਹਦੀ ਮਾੜੀ ਨਹੀਂ ਸੀ, ਫਾਈਲ ਅੱਛੀ ਸੀ, ਬਟ ਉਸ ਕੁੜੀ ਦਾ 3-4 ਸਾਲ ਦਾ ਗੈਪ ਸੀ। ਗੈਪ ਇਨ ਦਾ ਸੈਂਸ ਇੱਦਾਂ ਸੀ ਕਿ ਸਟੂਡੈਂਟ ਨੇ ਜਿਹੜਾ ਜੌਬ ਕੀਤੀ ਸੀ ਨਾ, ਉਹਦੇ ਵਿੱਚ ਜੌਬ ਸਕੂਲ ਦਾ ਐਕਸਪੀਰੀਅੰਸ ਹੈਗਾ, ਉਹਦੇ ਕੋਲ ਜਿਹੜੀ ਸੈਲਰੀ ਕੈਸ਼ ਲੈ ਰਹੀ ਸੀ। ਤਾਂ ਮੋਸਟ ਆਫ ਦਾ ਯੂਨੀਵਰਸਿਟੀਜ਼ ਹੁਣ ਜਿਵੇਂ ਕਿ ਸੈਲਰੀਜ਼ ਜਿਹੜੀਆਂ ਅਕਾਊਂਟ 'ਚ ਮੰਗਦੀ ਹੈ ਜੀ, ਤਾਂ ਉਹ ਆਲਰੇਡੀ ਬਠਿੰਡੇ ਵਾਲੇ ਪਾਸੇ ਹੁੰਦੀ ਸੀ। ਆਪਾਂ ਉਹਦੀ ਕਲਿੱਪ ਵੀ ਇਸ ਸ਼ੋਅ ਦੇ ਵਿੱਚ ਜਾਂ ਅਖੀਰ 'ਚ ਚਲਾਵਾਂਗੇ। ਮਨਪ੍ਰੀਤ ਕੌਰ ਬਰਾੜ ਉਸ ਲੜਕੀ ਦਾ ਨਾਮ ਸੀ, ਸਪਾਊਸ ਦਾ ਨਾਮ ਤ੍ਰਿਪਦੀਪ ਸਿੰਘ ਸਮਥਿੰਗ ਦਾ ਨਾਮ। ਇਕੱਠਾ ਵੀਜ਼ਾ ਆਇਆ ਹਲੇ ਰੀਸੈਂਟਲੀ ਪਰਸੋਂ ਉਹਦਾ ਵੀਜ਼ਾ ਵੀ ਭਾਜੀ ਮੰਨੋ ਕਿ 10 ਦਿਨ 'ਚ ਉਹਦਾ ਵੀਜ਼ਾ ਆਇਆ, ਕੋਈ ਇੰਟਰਵਿਊ ਨਹੀਂ, ਕੁਛ ਨਹੀਂ, 10 ਦਿਨਾਂ ਦਾ ਵੀਜ਼ਾ ਉਹਦਾ ਆ ਗਿਆ। ਸਰ ਸਮੱਸਿਆ ਸੀ ਕਿ ਉਸ ਫਾਈਲ ਦੇ ਵਿੱਚ ਜਿਹੜਾ ਉਹਦਾ ਗੈਪ ਸੀ, ਜਿਹੜੀ ਜੌਬ ਉਹਨੇ ਕੀਤੀ ਸੀ, ਉਹਦੇ ਡਾਕੂਮੈਂਟਰੀ ਪ੍ਰੂਫ ਨਹੀਂ ਸੀ, ਬਟ ਉਹ ਕੁੜੀ ਸੱਚੀ ਸੀਗੀ। ਸੋ ਸੱਚ ਨੂੰ ਪ੍ਰਤੱਖ ਕਹਿੰਦੇ ਨਾ, ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਸੋ ਉਹਨੇ ਆਪ ਖੁਦ ਬੱਚੇ ਪ੍ਰੂਫ ਨਹੀਂ ਸੀ, ਕੋਈ ਸੈਲਰੀ ਨਹੀਂ ਸੀ, ਸੈਲਰੀ ਅਕਾਊਂਟ 'ਚ ਨਹੀਂ ਸੀ, ਐਕਸਪੀਰੀਅੰਸ ਹੈ ਸੀ, ਐਕਸਪੀਰੀਅੰਸ ਲੈਟਰ ਸੀਗਾ, ਉਹਦੀ ਸੈਲਰੀ ਸਲਿਪਸ ਨਾਲ ਲਗਾਤੀਆਂ ਗਈਆਂ, ਉਹਦੀ ਜੌਬ ਆਫਰ ਲੈਟਰ ਜਿਹਨੂੰ ਜੌਬ ਆਫਰ ਕੀਤੀ ਗਈ ਸੀ, ਜਿਹੜੀ ਅਪਾਇੰਟਮੈਂਟ ਲੈਟਰ ਹੁੰਦੀ ਹੈ, ਉਹ ਨਾਲ ਲਗਾਤੀ ਗਈ। ਉਹਦੇ ਪ੍ਰਿੰਸੀਪਲ ਦੇ ਲੈਟਰ ਹੈਡ ਤੇ ਇੰਡੀਵਿਜੂਅਲੀ ਜੋ ਉਹਨੇ ਉਹਨੂੰ ਸਪੋਰਟ ਕੀਤਾ ਕਿ ਹਾਂਜੀ ਇਹ ਸਾਡੇ ਕੋਲ ਇੱਥੇ ਜੌਬ ਕਰ ਰਹੀ ਹੈ, ਇਨ ਕੇਸ ਆਫ ਐਨੀ ਤੁਸੀਂ ਇਨਕੁਆਇਰੀ ਚਾਹੁੰਦੇ ਹੋ, ਸਕੂਲ ਦਾ ਸੀਗਾ, ਸਕੂਲ ਦਾ, ਸੋ ਉਹ ਨਾਲ ਲਗਾਤਾ ਗਿਆ। ਸੋ ਇਦਾਂ ਦੇ ਕੇਸਾਂ ਵਿੱਚ ਵੀਜ਼ੇ ਆਉਂਦੇ, ਬਟ ਡਿਪੈਂਡ ਕਰਦਾ ਹੈ ਤੁਸੀਂ ਫਾਈਲ ਨੂੰ ਪ੍ਰੈਜ਼ੈਂਟ ਕਿਵੇਂ ਕਰਦੇ ਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਮਨਪ੍ਰੀਤ ਕੌਰ ਐਂਡ ਇਹ ਮੇਰੇ ਹਸਬੈਂਡ ਨੇ ਤ੍ਰਿਪਦੀਪ ਸਿੰਘ ਬਰਾੜ। ਅਸੀਂ ਕਾਫੀ ਜਗ੍ਹਾ ਤੇ ਗਏ ਸੀਗੇ, ਕਾਫੀ ਕੰਸਲਟੈਂਟਸ ਨੂੰ ਮਿਲੇ ਸੀਗੇ ਜਿਨ੍ਹਾਂ ਨੇ ਸਾਨੂੰ ਮਿਸਗਾਈਡ ਕੀਤਾ। 3-4 ਮਹੀਨੇ ਸਾਡੇ ਵੱਧ ਤੋਂ ਵੱਧ ਖਰਾਬ ਹੋ ਚੁੱਕੇ ਸੀ ਉੱਥੇ। ਤੇ ਹੁਣ ਅਸੀਂ ਇਸ ਤੋਂ ਬਾਅਦ ਟੀਵੀ ਸ਼ੋਅ ਇੱਕ ਦਿਨ ਦੇਖਿਆ ਜਿੱਥੇ ਸੁਖਚੈਨ ਰਾਹੀ ਨੇ ਮਤਲਬ ਕਾਫੀ ਕੁਝ ਦੱਸ ਰਹੇ ਸੀ। ਅਸੀਂ ਉਸ ਤੋਂ ਕਾਫੀ ਪ੍ਰਭਾਵਿਤ ਹੋਏ ਤੇ ਇੱਕ ਦਿਨ ਅਸੀਂ ਉਹਨਾਂ ਨੂੰ ਮਿਲਣ ਦਾ ਸੋਚਿਆ ਤੇ ਅਸੀਂ ਅਪਾਇੰਟਮੈਂਟ ਲੈ ਕੇ ਗਏ ਜਦ, ਤਾਂ ਉਹਨਾਂ ਨੇ ਸਾਨੂੰ ਕਾਫੀ ਅੱਛੀ ਤਰ੍ਹਾਂ ਗਾਈਡ ਕੀਤਾ। ਫਿਰ ਅਸੀਂ ਉਸੇ ਤਰ੍ਹਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਵੇਂ ਉਹਨਾਂ ਨੇ ਸਾਨੂੰ ਪੇਪਰ ਕਹੇ ਉਸ ਤਰ੍ਹਾਂ ਅਸੀਂ ਫਾਈਲ ਅਟੈਂਪਟ ਸਾਰਾ ਕਰ ਲਿਆ ਤੇ ਉਹਨਾਂ ਨੇ ਸਾਡਾ ਅਪਲਾਈ ਕੀਤਾ ਤੇ ਅਸੀਂ ਸਿਰਫ 10 ਦਿਨਾਂ ਦੇ ਵਿੱਚ ਸਾਡਾ ਮਤਲਬ ਕਿ ਸਪਾਊਸ ਵੀਜ਼ਾ ਆ ਗਿਆ। ਅਸੀਂ ਬਹੁਤ ਜ਼ਿਆਦਾ ਥੈਂਕਫੁਲ ਆ ਉਹਨਾਂ ਦੇ ਤੇ ਹਮੇਸ਼ਾ ਦੂਜਿਆਂ ਨੂੰ ਵੀ ਇਹੀ ਕਵਾਂਗੇ ਵੀ ਤੁਸੀਂ ਉੱਥੇ ਹੀ ਆਪਣਾ ਕੰਸਲਟ ਕਰੋ। ਥੈਂਕ ਯੂ। ਮੈਂ ਅੱਗੇ ਵੀ ਇਸ ਮੰਚ ਤੋਂ ਹਰ ਵਾਰ ਦੱਸਣ ਦੀ ਕੋਸ਼ਿਸ਼ ਕਰਦਾ ਕਿ ਕਦੇ ਵੀ ਵੀਜ਼ੇ ਨਹੀਂ ਬੰਦ ਹੁੰਦੇ। ਮੈਂ ਪਿਛਲੇ ਦੋ ਤਿੰਨ ਸ਼ੋਅ ਦੇ ਵਿੱਚੋਂ ਮਾਫੀ ਚਾਹੁੰਦਾ ਦਰਸ਼ਕਾਂ ਦੇ ਕੋਲੋਂ, ਆਸਟ੍ਰੇਲੀਆ ਬਾਰੇ ਗੱਲ ਨਹੀਂ ਕਰ ਸਕਿਆ। ਐਂਡ ਤੁਸੀਂ ਮੰਨੋਗੇ ਭਾਜੀ ਫੇਸਬੁੱਕ ਤੇ ਤਕਰੀਬਨ 70% ਮੈਸੇजेस ਉਹਨਾਂ ਲੋਕਾਂ ਦੇ ਸੀ ਜਿਹੜੇ ਕਹਿੰਦੇ ਭਾਈ ਤੁਸੀਂ ਆਸਟ੍ਰੇਲੀਆ ਬਾਰੇ ਬੋਲਣਾ ਬੰਦ ਕਰ ਦਿੱਤਾ, ਸਾਨੂੰ ਸੁਣਨ 'ਚ ਮਿਲਿਆ ਕਿ ਆਸਟ੍ਰੇਲੀਆ ਵੀਜ਼ੇ ਬੰਦ ਹੋ ਗਏ। ਸੋ ਅੱਜ ਵੀ ਇਸ ਮੰਚ ਤੇ ਮੈਂ ਉਹਨਾਂ ਲੋਕਾਂ ਨੂੰ ਫਿਰ ਇਸ ਚੀਜ਼ ਦਾ ਮਤਲਬ ਜਾਗਰੂਕਤਾ ਲਿਆਉਣਾ ਚਾਹੂੰਗਾ, ਕੋਈ ਵੀਜ਼ੇ ਬੰਦ ਨਹੀਂ ਹੋਏ ਆਸਟ੍ਰੇਲੀਆ ਦੇ। ਸਿਰਫ ਇਹ ਹੈ ਕਿ ਥੋੜੀ ਜਿਹੀ ਯੂਨੀਵਰਸਿਟੀਆਂ ਨੇ ਨਕੇਲ ਕੱਸੀ ਹੈ। ਜੋ GT ਕ੍ਰਾਈਟੇਰੀਆ ਆਪਾਂ ਪਿਛਲੇ 1.5 ਸਾਲ ਤੋਂ ਰੋਲਾ ਪਾਉਣੇ ਹੋ ਰਹੇ ਇਸ ਮੰਚ ਤੋਂ ਖੜ ਕੇ ਬਹਿ ਕੇ ਕਿ GT ਫੋਲੋ ਕਰੋ, GT ਫੋਲੋ ਕਰੋ, ਉਹ ਹੁਣ ਫੋਲੋ ਹੋਣਾ ਸ਼ੁਰੂ ਹੋਇਆ। ਤਾਂ ਜਦੋਂ ਹੁਣ ਨਕੇਲ ਕੱਸੀ ਗਈ ਹੈ, ਲੋਕਾਂ ਨੂੰ ਐਡਮਿਸ਼ਨਸ ਨਹੀਂ ਮਿਲ ਰਹੀਆਂ, ਆਫਰ ਲੈਟਰ ਕੈਂਸਲ ਹੋ ਰਹੀਆਂ ਜਾਂ COs ਨਹੀਂ ਆ ਰਹੀਆਂ ਤੇ ਬੱਚੇ ਕਹਿ ਰਹੇ ਆਸਟ੍ਰੇਲੀਆ ਬੰਦ ਹੋ ਗਿਆ। ਸੋ ਮੈਂ ਮਾਫੀ ਚਾਹੁੰਦਾ ਕਿ ਮੈਂ 3-4 ਮੈਂ ਰਾਈ ਇੱਥੇ ਟੋਕਣਾ ਚਾਹੂੰਗਾ, ਬੱਚਾ ਨਹੀਂ ਕਹਿ ਰਿਹਾ, ਜਦੋਂ ਸਟੂਡੈਂਟਸ ਵੀ ਨਹੀਂ ਕਹਿ ਰਿਹਾ। ਇੱਥੇ ਜਿਹੜਾ ਏਜੰਟਸ ਹੈ ਜਿਨ੍ਹਾਂ ਦੇ ਟਾਈ ਅਪ ਨਹੀਂ ਰਹੇ, ਜਿਨ੍ਹਾਂ ਦੇ ਕਾਲਜ ਨੇ ਪੈਰ ਖਿੱਚ ਲਏ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਸਟ੍ਰਿਕਟ ਹੋ ਗਿਆ ਜੀ। ਸੋ ਮੇਰੀ ਵੀ ਭਾਜੀ ਗਲਤੀ ਹੈ ਕਿ ਮੈਂ ਪਿਛਲੇ 3-4 ਸ਼ੋਅ ਵਿੱਚ ਆਸਟ੍ਰੇਲੀਆ ਨੂੰ ਬਾਰੇ ਨਹੀਂ ਗੱਲ ਕਰ ਸਕਿਆ ਕਿਉਂਕਿ ਅਸੀਂ USA ਪ੍ਰਮੋਟ ਕਰ ਰਹੇ ਸੀ। ਮੈਂ ਦੱਸਿਆ ਸੀ ਕਿ ਤੁਸੀਂ ਤਾਂ ਭਾਜੀ ਉਦੋਂ ਫੇਰੀ ਤੇ ਗਏ ਸੀ ਬਾਹਰਲੀ, ਸੋ ਉਦੋਂ ਮੈਂ ਅਮਨ ਭਾਈ ਨਾਲ ਬੈਠਾ ਸੀ, ਦੱਸਿਆ ਸੀ ਭਾਈ USA ਪ੍ਰਮੋਟ ਕਰ ਰਹੇ ਹਾਂ, ਸਾਡੇ ਸਕਸੈਸ ਰੇਟ ਵੀਜ਼ੇ ਸਾਡੇ ਲੱਗੇ ਨੇ US ਦੇ। ਸੋ ਮੈਂ USA ਕਿਊਬਿਕ ਨਰਸ ਨੂੰ ਪ੍ਰਮੋਟ ਕਰਨ ਦੇ ਵਿੱਚ ਜ਼ਿਆਦਾ ਸੀ, ਸੋ ਆਸਟ੍ਰੇਲੀਆ ਬਾਰੇ ਨਹੀਂ ਬੋਲ ਸਕਿਆ ਕਿਉਂਕਿ ਮੈਨੂੰ ਸੀਗਾ ਕਿ ਆਸਟ੍ਰੇਲੀਆ ਬਾਰੇ ਕਾਫੀ ਕੁਝ ਬੋਲ ਦਿੱਤਾ ਗਿਆ ਹੈ ਵਾ। ਸੋ ਇਹੋ ਜਿਹੀ ਕੋਈ ਚੀਜ਼ ਨਹੀਂ। ਅੱਜ ਫਿਰ ਉਸੇ ਮੰਚ ਤੇ ਉਹਨਾਂ ਲੋਕਾਂ ਦੀ ਡਿਮਾਂਡ ਦੇ ਉੱਤੇ, ਉਹਨਾਂ ਦਰਸ਼ਕਾਂ ਦੇ ਡਿਮਾਂਡ ਦੇ ਉੱਪਰ ਇਹ ਚੀਜ਼ ਬੋਲ ਰਹੇ ਹਾਂ ਕਿ ਆਸਟ੍ਰੇਲੀਆ ਸਪਾਊਸ ਵੀਜ਼ੇ ਅੱਜ ਵੀ ਲੱਗਦੇ ਨੇ। ਇਸ ਸ਼ੋਅ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਅਖੀਰ ਵਿੱਚ ਉਹਦੀ ਕਲਿੱਪਿੰਗ ਵੀ ਚਲਾਈਏ। ਮਨਪ੍ਰੀਤ ਕੌਰ ਬਰਾੜ ਦਾ ਰੀਸੈਂਟ ਵੀਜ਼ਾ ਵਿਦਆਊਟ ਇੰਟਰਵਿਊ 6 ਬੈਂਡ ਤੇ ਆਇਆ ਐਂਡ ਉਹਦਾ 3 ਸਾਲ ਦਾ ਜੌਬ ਐਕਸਪੀਰੀਅੰਸ ਸੀਗਾ। ਉਹਦੀ ਸੈਲਰੀ ਵੀ ਅਕਾਊਂਟ ਵਿੱਚ ਨਹੀਂ ਆਉਂਦੀ ਸੀ, ਬਟ ਪ੍ਰੈਜੈਂਟੇਸ਼ਨ ਸਹੀ ਸੀ। ਕੁੜੀ ਨੇ ਖੁਦ ਆਪ SOP ਬਣਾਈ ਗਈ ਸੀ, ਉਹਨੂੰ ਇੰਟਰਵਿਊ ਦੀ ਤਿਆਰੀ ਬੱਚੇ ਨੂੰ ਆਪ ਕੀਤੀ, ਉਹਨੂੰ ਬਸ ਟਿਪਸ ਦੱਸੇ ਗਏ ਸੀ ਕਿ ਵੀਜ਼ੇ ਇੰਟਰਵਿਊ ਤੁਸੀਂ ਫੇਸ ਕਿਵੇਂ ਕਰਨਾ, ਕਿਸੇ ਸਵਾਲ ਦਾ ਜਵਾਬ ਕਿਵੇਂ ਦੇਣਾ, ਬੋਲਿਆ ਸਭ ਉਹਨੇ ਆਪ। ਵੈਸੇ ਵੀ ਕੁੜੀ ਦੇ 6 ਬੈਂਡ ਓਵਰਆਲ ਸੀਗੇ, ਵਿਆਹ ਵੀ ਉਹਦਾ ਲਗਭਗ 1.25 ਸਾਲ ਪੁਰਾਣਾ ਸੀ। ਸੋ ਇਹੋ ਜਿਹੀ ਕੋਈ ਸਮੱਸਿਆ ਨਹੀਂ ਕਿ ਨਾ ਆਸਟ੍ਰੇਲੀਆ ਨੇ ਵੀਜ਼ੇ ਬੰਦ ਕੀਤੇ ਸਿੰਗਲ,
ਨਾ ਸਪਾਊਸ। ਹਾਂ ਇੰਨੀ ਗੱਲ ਜ਼ਰੂਰ ਕਹਿ ਦੂੰਗਾ, ਜਿਹੜਾ ਬੱਚਾ 12ਵੀਂ ਪਾਸ ਹੈ ਉਹਦੀ ਵਿਆਹ ਵਾਲੀ ਸ਼ਾਦੀ ਮੈਰਿਜ ਨਵੀਂ ਮੈਂ ਉਹੀ ਪੁੱਛਣ ਲੱਗੇ ਸੀ ਤੁਹਾਨੂੰ ਕਿ ਸਪਾਊਸ ਕੇਸ ਅਸਲ ਦੇ ਵਿੱਚ ਸਪਾਊਸ ਦੀ ਪ੍ਰੋਫਾਈਲ ਕਿਹੋ ਜਿਹੀ ਹੋਣੀ ਚਾਹੀਦੀ ਹੈ ਵੀਜ਼ਾ ਲੈਣ ਵਾਸਤੇ? ਬੜਾ ਵਧੀਆ ਸਵਾਲ, ਥੈਂਕ ਯੂ ਭਾਜੀ। ਸਪਾਊਸ ਪ੍ਰੋਫਾਈਲ ਜਿਹੜਾ ਸਟੂਡੈਂਟ ਮੇਰਾ ਭੈਣ ਭਰਾ ਜਿਹਨੇ ਗ੍ਰੈਜੂਏਸ਼ਨ ਪਾਸ ਕੀਤੀ ਹੈ ਉਹਦਾ ਵਿਆਹ 6 ਮਹੀਨੇ ਤੋਂ ਸਾਲ ਪੁਰਾਣਾ ਹੈ ਐਂਡ ਉਹਨਾਂ ਕੋਲ ਵਿਆਹ ਦੇ ਪੂਰੇ ਡਾਕੂਮੈਂਟੇਸ਼ਨ ਪ੍ਰੂਫ ਹੈਗੇ ਨੇ, ਉਹਨੂੰ ਸਪਾਊਸ ਨੂੰ ਐਡਮਿਸ਼ਨ ਲੈਣ ਵਿੱਚ ਯੂਨੀਵਰਸਿਟੀ ਵੱਲੋਂ, ਚਾਹੇ ਉਹ ਐਪਲੀਕੈਂਟ ਮੁੰਡਾ ਚਾਹੇ ਲੜਕੀ, ਕੋਈ ਚਾਹੇ ਲੜਕਾ ਪੜਨ ਜਾ ਰਿਹਾ ਨਾਲ ਵਾਈਫ ਜਾ ਰਹੀ ਡਿਪੈਂਡੈਂਟ, ਚਾਹੇ ਲੜਕੀ ਪੜਨ ਜਾ ਰਹੀ ਨਾਲੇ ਮੁੰਡਾ ਜਾ ਰਿਹਾ ਡਿਪੈਂਡੈਂਟ। ਸੋ ਨਾ ਯੂਨੀਵਰਸਿਟੀ ਐਡਮਿਸ਼ਨ ਦੇਣ ਤੋਂ ਮਨਾ ਕਰਦੀ ਹੈ, ਨਾ ਅੰਬੈਸੀ ਵੀਜ਼ਾ ਤੋਂ ਮਨਾ ਕਰਦੀ ਹੈ। ਖੈਰ ਅੰਬੈਸੀ ਨੇ ਤਾਂ ਵੈਸੇ ਸਾਰਾ ਦੌਰਮਦਾਰ ਹੁਣ ਯੂਨੀਵਰਸਿਟੀ ਪੂਰਾ ਹੀ ਛੱਡ ਦਿੱਤਾ, ਕਿਉਂਕਿ ਯੂਨੀਵਰਸਿਟੀ ਨੇ ਹੁਣ ਅਸਲ ਵਿੱਚ GT ਕ੍ਰਾਈਟੇਰੀਆ ਮੇਨਟੇਨ ਕਰਨਾ ਜਾਂ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਜਿਹੜੇ ਬੱਚੇ 12ਵੀਂ ਪਾਸ ਆ, ਮੈਂ ਉਹਨਾਂ ਦੀ ਵੀ ਹੋਣਾ ਚਾਹੂੰਗਾ ਕਿਉਂਕਿ ਬਹੁਤ ਐਪਲੀਕੈਂਟ 12ਵੀਂ ਵਾਲੇ ਵੀ ਹੋਣਗੇ। ਜਿਹੜੇ ਮੇਰਾ ਦੋਸਤ 12ਵੀਂ ਪਾਸ ਆ, ਮੈਰਿਡ ਆ, ਕੋਈ ਲੜਕੀ ਮੈਰਿਡ ਆਪਣੇ ਹਸਬੈਂਡ ਨੂੰ ਖੜਨਾ ਚਾਹੁੰਦੀ ਹੈ, ਮੁੰਡਾ ਮੈਰਿਡ ਆਪਣੀ ਵਾਈਫ ਨੂੰ ਖੜਨਾ ਚਾਹੁੰਦਾ, ਉਹਦਾ ਵਿਆਹ ਘੱਟੋ ਘੱਟ ਸਾਲ ਪੁਰਾਣਾ ਚਾਹੀਦਾ, ਡਾਕੂਮੈਂਟੇਸ਼ਨ ਪ੍ਰੂਫ ਚਾਹੀਦੇ। ਬਟ ਯੈਸ ਕਈ ਯੂਨੀਵਰਸਿਟੀਜ਼ 12ਵੀਂ ਵਾਲੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇ ਰਹੇ, ਰੀਜ਼ਨ ਬੀਇੰਗ ਇਹ ਹੈ ਐਡਮਿਸ਼ਨ ਔਖੀ ਹੈ ਸਪਾਊਸ ਦੀ, ਵੀਜ਼ਾ ਲੱਗ ਜਾਂਦਾ ਭਾਜੀ। ਅੰਬੈਸੀ ਦੀ ਜਾ ਕੇ ਅੱਜ ਵੀ ਤੁਸੀਂ ਉਸ ਚਿਲਡਰਨ ਹਾਈ ਕਮਿਸ਼ਨ ਦੀ ਵੈਬਸਾਈਟ ਤੇ ਪੜ੍ਹ ਕੇ ਦੇਖੋ, ਕਿਤੇ ਉਹਨਾਂ ਨੇ ਕੋਈ ਇਹੋ ਜਿਹੀ ਗਾਈਡਲਾਈਨ ਨਹੀਂ ਦਿੱਤੀ ਕਿ ਆਪਾਂ 12ਵੀਂ ਵਾਲੇ ਬੱਚੇ ਨੂੰ ਵੀਜ਼ਾ ਨਹੀਂ ਦੇਵਾਂਗੇ ਤੇ BA ਵਾਲੇ ਨੂੰ ਦੇਵਾਂਗੇ। ਐਡਮਿਸ਼ਨ ਦੀ ਸਮੱਸਿਆ ਯੂਨੀਵਰਸਿਟੀ ਵਾਲਿਆਂ ਦਾ ਕਹਿਣਾ ਇਹ ਹੈ ਜੀ, ਦੇਖੋ ਕੋਈ ਕੁੜੀ ਜਾਂ ਮੁੰਡਾ ਜਿਹੜਾ 12ਵੀਂ ਪਾਸ ਹੈ ਉਹ 17-18 ਸਾਲ ਦੀ ਉਮਰ ਦਾ ਹੋਏਗਾ, ਵੱਧ ਤੋਂ ਵੱਧ 19 ਸਾਲ ਦੀ ਉਮਰ ਦਾ ਹੋਏਗਾ। ਐਂਡ ਤੁਸੀਂ ਵੀ ਇਸ ਚੀਜ਼ ਨੂੰ ਸਮਝਦਾਰ ਹੋ ਕਿ ਕਿਹੜਾ 18-19 ਸਾਲ ਦੀ ਉਮਰ ਦਾ ਮੁੰਡਾ ਅੱਜ ਦੀ ਡੇਟ ਵਿੱਚ ਜਾਂ ਕੁੜੀ ਦੀ ਡੇਟ 'ਚ ਵਿਆਹ ਕਰਾਉਂਦੇ ਆ। ਜੇ ਜਲਦੀ ਵਿਆਹ ਕਰ ਰਹੇ ਤਾਂ ਕੋਈ ਨਾ ਕੋਈ ਜ਼ਰੂਰ ਦਾਲ 'ਚ ਕੁਛ ਕਾਲਾ ਹੈ। ਸੋ ਉਹ ਦਾਲ 'ਚ ਕਾਲੇ ਨੂੰ ਤੁਸੀਂ ਸਾਬਤ ਕਰਨਾ ਕਿ ਨਹੀਂ ਇਦਾਂ ਦਾ ਦਾਲ 'ਚ ਕੁਛ ਕਾਲਾ ਨਹੀਂ ਹੈ, ਵਾਕਈ ਜੈਨੂਇਨ ਮੈਰਿਜ ਹੈ। ਔਰ ਆਹ ਰੀਜ਼ਨ ਆ ਜਿਹਦੇ ਕਰਕੇ ਆਪਣੇ ਹਸਬੈਂਡ ਨੂੰ ਨਾਲ ਖੜਨਾ ਚਾਹੁੰਦੀ ਹਾਂ। ਕੁਝ ਹਾਲਾਤ ਵੀ ਹੁੰਦੇ ਨੇ ਵਿਆਹ ਕਰਾਉਣ ਦੇ, ਇਹ ਨਹੀਂ ਹੈ ਬਿਲਕੁਲ ਕਿਸੇ ਦੀ ਕੋਈ ਲਾਭ ਮਿਲ ਜਾ, ਕਿਸੇ ਦੀ ਕੋਈ ਘਰ ਵਿੱਚ ਕੋਈ ਸਮੱਸਿਆ ਜਿਹਦੇ ਕਰਕੇ ਉਹਨੂੰ ਜਲਦੀ ਵਿਆਹ ਕਰਨਾ ਪੈ ਰਿਹਾ, ਕੋਈ ਫੈਮਿਲੀ ਪ੍ਰੋਬਲਮ ਵੀ ਹੋ ਸਕਦੀਆਂ ਨੇ। ਸੋ ਉਹ ਚੀਜ਼ ਨੂੰ ਸਾਬਤ ਕਰਨਾ ਪਏਗਾ ਕਿ ਮੇਰੀ ਇਹ ਮੈਰਿਜ ਜੈਨੂਇਨ ਹੈ, ਮੈਂ ਹਸਬੈਂਡ ਨੂੰ ਕਿਉਂ ਲੈ ਕੇ ਜਾਣਾ ਚਾਹੁੰਦੀ ਹਾਂ। ਸੋ ਮੇਰੀ ਉਹਨਾਂ ਲੋਕਾਂ ਨੂੰ ਇੱਕ ਰਿਕੁਐਸਟ ਰਹੂਗੀ ਕਿ ਅਗਰ ਜਿਹੜੇ 12ਵੀਂ ਪਾਸ ਹੈ ਉਹ ਹਾਲੇ ਫਿਲਹਾਲ ਸਿੰਗਲ ਅਪਲਾਈ ਕਰ ਲਓ, ਸਪਾਊਸ ਲਈ ਅਪਲਾਈ ਨਾ ਕਰੋ। ਜਦੋਂ ਵੀਜ਼ਾ ਲੱਗ ਜਾਂਦਾ ਤੁਸੀਂ 2-4-6 ਮਹੀਨੇ ਬਾਅਦ ਵੀ ਆਪਣੇ ਹਸਬੈਂਡ ਪੋਸੀਬਿਲਿਟੀ ਹੁੰਦੀ ਹੈ ਬਾਅਦ ਦੇ ਵਿੱਚ ਭਾਜੀ ਵੀਜ਼ਾ ਬਸ ਤੁਸੀਂ ਵਿਆਹ ਹੀ ਸਾਬਤ ਕਰਨਾ। ਤੁਸੀਂ ਅੱਜ ਅਪਲਾਈ ਨਾਲ ਕਰ ਰਹੇ ਹੋ ਚਾਹੇ 6 ਮਹੀਨੇ ਬਾਅਦ ਕਰ ਰਹੇ ਹੋ, ਤੁਸੀਂ ਇੱਕ ਵਾਰ ਜਾ ਕੇ ਯੂਨੀਵਰਸਿਟੀ ਪੜ੍ਹਨਾ ਸ਼ੁਰੂ ਕਰ ਦਿੱਤਾ, ਤੁਸੀਂ ਇੱਕ ਸਮੈਸਟਰ ਪਾਸ ਕਰ ਲਿਆ, ਯੂਨੀਵਰਸਿਟੀ ਨਜ਼ਰਾਂ 'ਚ ਆ ਗਿਆ ਕਿ ਵਾਕਈ ਸਟੂਡੈਂਟ ਜੈਨੂਇਨ ਹੈ, ਪੜ੍ਹ ਰਿਹਾ, ਇਹਦਾ ਹਸਬੈਂਡ ਉੱਥੇ ਕੰਮ ਕਰ ਰਿਹਾ, ਕੋਈ ਸਮੱਸਿਆ ਨਹੀਂ ਇਹਨਾਂ ਨੂੰ। ਤੁਸੀਂ ਔਨ ਦਾ ਬੇਸਿਸ ਆਫ ਹਿਊਮਨ ਗਰਾਊਂਡ ਐਮਬੈਸੀ ਦਾ ਰੂਲ ਹੈ, ਤੁਸੀਂ ਵੀਜ਼ਾ ਅਪਲਾਈ ਕਰੋ। ਜਿਹੜਾ ਇੱਧਰ ਰਹਿ ਜਾਂਦਾ ਉਹਦੇ ਲਈ ਕੁਝ ਖਾਸ ਸ਼ਰਤ, ਜਦੋਂ ਜਾਂਦੇ ਆ ਉਦੋਂ ਤਾਂ ਕੋਈ ਖਾਸ ਸ਼ਰਤ ਨਹੀਂ ਹੁੰਦੀ ਹੈ ਨਾ, ਜਦੋਂ ਇੱਧਰੋਂ ਜਾਂਦੇ ਆ ਇਕੱਲਾ ਜਾਂਦਾ, ਜਦੋਂ ਬਾਅਦ ਦੇ ਵਿੱਚ ਲੈ ਕੇ ਜਾਂਦੇ ਆ ਉਹਦੇ ਲਈ ਕੁਝ ਖਾਸ ਡਾਕੂਮੈਂਟਸ ਲੱਗਦੇ ਨੇ? ਨਹੀਂ ਖਾਸ ਡਾਕੂਮੈਂਟ ਨਹੀਂ, ਸਿਰਫ ਉਹਨੂੰ ਇੱਕ ਟਿਪ ਦੇਣਾ ਚਾਹੂੰਗਾ ਕਿ ਜਦੋਂ ਤੁਹਾਡੀ ਵਾਈਫ ਉੱਥੇ ਪੜ੍ਹ ਰਹੀ ਹੈ ਜਾਂ ਹਸਬੈਂਡ ਉੱਥੇ ਪੜ੍ਹ ਰਿਹਾ, ਵਾਈਫ ਇੱਥੇ ਹੈ, ਤੁਹਾਡੇ ਜਦੋਂ ਦੇ ਤੁਸੀਂ ਉੱਥੇ ਚਲੇ ਜਾਂਦੇ ਹੋ 2-4-6 ਮਹੀਨੇ ਦਾ ਜਿਹੜਾ ਗੈਪ ਪੈਂਦਾ ਨਾ, ਉਹ ਤੁਹਾਡੇ ਕਮਿਊਨੀਕੇਸ਼ਨ ਪ੍ਰੂਫ ਨਾਲ ਲਗਾਓਗੇ ਤਾਂ ਫਾਈਲ ਹੋਰ ਸਟਰੋਂਗ ਹੋਏਗੀ। ਫੋਰ ਐਗਜ਼ਾਮਪਲ ਵਾਈਫ ਉੱਥੇ ਚਲੀ ਗਈ, ਯੂਨੀਵਰਸਿਟੀ ਪੜ੍ਹਦੀ ਪਈ ਹੈ, ਮੁੰਡਾ ਇੱਥੇ ਰਹਿ ਰਿਹਾ ਵਾ, ਆਪਣਾ ਕੰਮ ਕਰ ਰਿਹਾ, ਤੁਸੀਂ ਰੋਜ਼ ਡੇਲੀ ਬੇਸਿਸ ਤੇ ਫੋਨ ਤੇ ਗੱਲਬਾਤ ਕਰਦੇ ਹੋ, ਅੱਜ ਕੱਲ੍ਹ ਸਕਾਈਪ ਤੇ ਗੱਲ ਹੁੰਦੀ, ਵਾਈਬਰ ਤੇ ਹੁੰਦੀ ਹੈ, ਈਮੇਲ ਕਰਦੇ ਹੋ, ਕੋਈ ਮੈਸੇਜ ਉਹਨਾਂ ਦਾ ਰਿਕਾਰਡ ਮੇਨਟੇਨ ਕਰੋ। ਸੋ ਕਮਿਊਨੀਕੇਸ਼ਨ ਪ੍ਰੂਫ ਕਿ ਵਾਕਈ ਅਸੀਂ ਹਸਬੈਂਡ ਵਾਈਫ ਬੇਸ਼ੱਕ ਅਸੀਂ ਫਿਜ਼ੀਕਲੀ ਦੂਰ ਬੈਠੇ ਇੱਕ ਦੂਜੇ ਤੋਂ, ਬਟ ਫਿਰ ਵੀ ਅਸੀਂ ਇੰਟੈਂਸ਼ਨਲੀ ਮੈਂਟਲੀ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਇਹ ਚੀਜ਼ ਦੇ ਸਬੂਤ ਦਿੰਦੇ ਹੋ, ਵੀਜ਼ਾ ਅਫਸਰ ਇਸ ਚੀਜ਼ ਨੂੰ ਕੋਈ ਨਾ ਨਹੀਂ ਕਰਦਾ। ਸੋ ਬੜੀ ਕਲੀਅਰ ਗੱਲ ਮੁੱਕਦੀ ਸਾਰੇ ਗੱਲਾਂ ਦੀ ਇੱਕੋ ਗੱਲ ਕਿ ਵਿਆਹ ਜੈਨੂਇਨ ਹੈ, ਤੁਹਾਡਾ ਰਿਸ਼ਤਾ ਜੈਨੂਇਨ ਹੈ, ਦੁਨੀਆ ਦੀ ਕੋਈ ਤਾਕਤ ਮਨਾ ਨਹੀਂ ਕਰਦੀ। ਜਦੋਂ ਤੁਹਾਡੇ ਵਿਆਹ ਦੇ ਵਿੱਚ ਸ਼ੱਕ ਆ ਜਾਏ ਜਾਂ ਤੁਹਾਡੇ ਰਿਸ਼ਤੇ 'ਚ ਕੋਈ ਕਿੰਤੂ ਪਰੰਤੂ ਆ ਜਾਏ, ਉਦੋਂ ਯੂਨੀਵਰਸਿਟੀ ਮਨਾ ਕਰਦੀਆਂ, ਫਿਰ ਐਮਬੈਸੀ ਵੀ ਵੈਰੀਫਿਕੇਸ਼ਨ ਕਰਦੀ ਹੈ। ਸੋ ਜੇ ਅੰਦਰੋਂ ਸੱਚੇ ਹੋ ਤਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ। ਸਾਡੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਵਿਦਿਆਰਥੀ ਨਹੀਂ ਹੈ ਕਿ USA ਜਾ ਪਾਵੇ, ਪਰ ਇਹ ਵੀ ਸੱਚ ਹੈ ਕਿ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਵਿਦਿਆਰਥੀ ਕਿ USA ਜਾ ਪਾਵੇ। ਫਾਈਲਾਂ ਦੀ ਪ੍ਰੈਜੈਂਟੇਸ਼ਨ ਮਾੜੀ ਸੀਗੀ, ਡਰਦੇ ਕੋਈ USA ਨੂੰ ਹੱਥ ਨਹੀਂ ਪਾ ਰਿਹਾ, ਵਿਦਿਆਰਥੀ ਇੰਟਰਸਟਡ ਸੀਗੇ। ਕੀ ਕਾਰਨ ਸੀ ਕਿ USA ਨੂੰ ਬਹੁਤ ਢੰਗ ਨਾਲ ਪ੍ਰਮੋਟ ਨਹੀਂ ਕੀਤਾ ਜਾ ਰਿਹਾ ਸੀ, ਜਾਂ ਤੁਸੀਂ ਕੀ ਉਮੀਦ ਰੱਖ ਰਹੇ ਹੋ ਇਸ ਪ੍ਰੋਡਕਟ ਤੋਂ? ਭਾਜੀ ਤੁਹਾਡੇ ਮਗਰੋਂ ਮੈਂ ਦੱਸੀ ਸਮਨ ਹੋਣਾ ਮੇਰੀ ਗੱਲ ਜਦੋਂ ਚੱਲ ਰਹੀ ਸੀ, ਦੱਸਿਆ ਸੀ ਕਿ ਸਾਡੇ ਖੁਦ ਮੈਂ ਵੀਜ਼ੇ ਅਪਲਾਈ ਕੀਤੇ ਸੀ, ਮੇਰੇ 10 ਚੋਂ 9 ਵੀਜ਼ੇ ਰਿਫਿਊਜ਼ ਹੋਏ ਸੀਗੇ ਅੱਜ ਤੋਂ 2 ਸਾਲ ਪਹਿਲਾਂ। ਬਾਅਦ 'ਚ ਮੇਰਾ ਉਹਦਾ 'ਚ ਇੱਕ ਵੀਜ਼ਾ ਲੱਗਾ ਸੀ, ਬਟ ਉਸ 2 ਸਾਲ ਵਿੱਚ ਫਿਰ ਮੈਂ ਰਿਸਰਚ ਕੀਤੀ ਕਿ ਕਿਹੜੇ ਕਾਰਨਾਂ ਕਰਕੇ ਵੀਜ਼ਾ ਰਿਫਿਊਜ਼ ਕੀਤਾ ਗਿਆ। ਲੱਗੇ ਤੇ ਠੀਕ ਆ, ਲੱਗ ਗਏ, ਕੋਈ ਬੰਦਾ ਹੀ ਨਹੀਂ ਦੱਸਦਾ ਕਿ ਮੇਰੇ ਇੰਨੇ ਵੀਜ਼ੇ ਰਿਫਿਊਜ਼ ਹੋਏ। ਸੋ ਮੈਂ ਲੱਗੇ ਬਾਅਦ 'ਚ ਦੱਸੇ, ਰਿਫਿਊਜ਼ ਪਹਿਲਾਂ ਦੱਸੇ ਸੀਗੇ। ਸੋ ਅੱਜ ਉਹਨਾਂ ਪੁਰਾਣੀ ਗਲਤੀਆਂ ਤੋਂ ਸਿੱਖ ਕੇ ਮੈਨੂੰ ਪਤਾ ਲੱਗਾ ਕਿ ਕਿਹੜੇ ਬਿਨਾਂ ਤੇ ਵੀਜ਼ਾ ਅਫਸਰ ਵੀਜ਼ਾ ਦਿੰਦਾ, ਕਿਹੜੇ ਬਿਨਾਂ ਤੇ ਵੀਜ਼ੇ ਰਿਫਿਊਜ਼ ਹੁੰਦੇ ਆ। ਸੋ ਬੇਸਿਕਲੀ ਆਪਾਂ ਡਿਟੇਲ ਸ਼ਾਇਦ ਇੱਥੇ ਦੱਸਣ ਪਾਉਂਗੇ ਤਾਂ ਆਪਣੇ ਕੋਲ ਅੱਜ ਕਾਫੀ ਲੰਬਾ ਚੌੜਾ ਮੈਟਰ ਜਿਨ੍ਹਾਂ ਬਾਰੇ ਆਪਾਂ ਗੱਲ ਕਰਨੀ ਹੈ। ਸੋ ਉਹ ਮੈਂ ਟਿਪ ਕੱਢ ਚੁੱਕਾ, ਜਿਹੜੇ ਬੱਚੇ ਮੇਰੇ ਕੋਲ ਆ ਕੇ ਮਿਲ ਕੇ ਗਏ ਜਿਨ੍ਹਾਂ ਨੇ ਫਾਈਲਸ ਲਵਾਈਆਂ। ਸੋ ਅਸੀਂ ਘੱਟੋ ਘੱਟ 3 ਯੂਨੀਵਰਸਿਟੀ 'ਚ ਅਪਲਾਈ ਕਰਦੇ ਹਾਂ I-20 ਲਈ। ਅੱਜ ਦੀ ਡੇਟ ਤੁਸੀਂ ਪਹਿਲਾਂ ਅਪਰੂਵਲ ਲੈਂਦੇ ਹੋ, ਜਿਹਨੂੰ ਆਪਾਂ ਲੈਟਰ ਵੀ ਕਹਿ ਦਿੰਦੇ, ਉਹ 3 ਦਿਨ 'ਚ ਆ ਜਾਂਦੀ ਜੀ ਕਿ ਇਹ ਬੱਚੇ ਨੂੰ ਇਹ ਵਾਲਾ ਕੋਰਸ ਦੇਣ ਨੂੰ ਤਿਆਰ ਆ। I-20 ਨੂੰ ਤਕਰੀਬਨ 15 ਤੋਂ 20 ਦਿਨ 25 ਦਿਨ ਵੀ ਲੱਗ ਜਾਂਦੇ ਆ। ਉਹ ਮੈਂ 3 ਯੂਨੀਵਰਸਿਟੀ 'ਚ ਅਪਲਾਈ ਕਰਦਾ, ਉਹਦੀ ਇਲਾਵਾ $150-200-$250 ਹਰ ਇੱਕ ਯੂਨੀਵਰਸਿਟੀ ਆਪਾਂ ਨੂੰ ਫੀਸ ਵੀ ਭਰਨੀ ਪੈਂਦੀ I-20 ਦੀ। ਉਹ ਮੰਗਵਾਉਣ ਤੋਂ ਬਾਅਦ ਅਸੀਂ ਬੱਚੇ ਨੂੰ ਫਾਈਲ ਤਿਆਰ ਕਰਕੇ ਇੰਟਰਵਿਊ ਲਈ ਤਿਆਰ ਕਰੀਦਾ। ਖੈਰ ਇੰਟਰਵਿਊ ਤਾਂ 1.5-2 ਮਿੰਟ ਦੀ ਹੁੰਦੀ ਹੈ, ਬੱਚੇ ਦੀ ਸਿਰਫ ਅੱਖਾਂ ਦੇਖਦੇ ਆ, ਇੰਟੈਂਸ਼ਨ ਦੇਖਦੇ ਆ।
85% ਵੀਜ਼ਾ ਅਫਸਰ ਜਦੋਂ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਹੈ ਹਾਈ ਕਮਿਸ਼ਨ ਦੇ ਵਿੱਚ ਐਮਬੈਸੀ ਤੁਸੀਂ ਜਮ੍ਹਾਂ ਕਰਾਉਣ ਜਾਂਦੇ ਹੋ, ਉਦੋਂ ਹੀ ਉਹ ਆਪਣਾ ਇਰਾਦਾ ਬਣਾ ਲੈਂਦਾ ਕਿ ਇਹਨੂੰ ਵੀਜ਼ਾ ਦੇਣਾ ਜਾਂ ਨਹੀਂ ਦੇਣਾ। ਸੋ 85% ਤੁਹਾਡੀ ਫਾਈਲ ਤਿਆਰ ਕੀਤੀ ਤੇ ਡਿਪੈਂਡ ਕਰਦਾ ਵੀਜ਼ਾ ਲੱਗਣਾ ਜਾਂ ਨਾ ਲੱਗਣਾ। 15% ਤੁਹਾਡੀ ਉਸ ਜਿਹੜੀ ਇੰਟਰਵਿਊ ਦੀ ਪ੍ਰੈਜੈਂਟੇਸ਼ਨ ਦੇ ਤੁਸੀਂ ਕੀ ਕਰ ਰਹੇ ਹੋ। ਸੋ ਉਮੀਦ ਆ ਕਿ ਜਿਹੜਾ ਪਿੱਛੇ ਜਿਹੜਾ ਮੇਰੇ ਹੁਣ ਲੰਘ ਕੇ ਗਿਆ ਬੈਚ, ਮੈਂ ਉਹਦੇ 'ਚ 100% ਸਕਸੈਸ ਰੇਟ ਦਿੱਤਾ ਹੈ ਐਂਡ ਰੱਬ ਦੀ ਕਿਰਪਾ ਨਾਲ ਅੱਗੇ ਵੀ ਮੈਂ 100% ਸਕਸੈਸ ਰੇਟ ਦਊਂਗਾ। ਕੁਝ ਟਿਪਸ ਦੱਸਣੇ ਚਾਹੋਗੇ ਕਿ ਕੀ ਕਾਰਨ ਸੀ ਕਿ ਵੀਜ਼ੇ ਰਿਜੈਕਟ ਹੋਏ, ਕੀ ਕਾਰਨ ਹੈ ਹੁਣ ਆ ਗਏ? ਭਾਜੀ ਕਾਰਨ ਇਹ ਸੀਗਾ ਕਿ ਉਦੋਂ ਆਪਾਂ ਸਿਰਫ ਇੱਕ ਕਾਲਜ ਵਿੱਚ ਐਡਮਿਸ਼ਨ ਲਈ ਸੀਗੀ, ਹੁਣ ਮੈਂ ਤੈਨੂੰ ਕਿਹਾ ਕਿ 3 ਸਟੇਟ ਯੂਨੀਵਰਸਿਟੀਜ਼। ਸੋ ਸਟੇਟ ਯੂਨੀਵਰਸਿਟੀ ਦਾ ਜੋ ਲੈਵਲ ਲੱਗ ਜਾਂਦਾ ਹੈ ਆਟੋਮੈਟਿਕਲੀ 50% ਵੀਜ਼ਾ ਚਾਂਸਸ ਵੈਸੇ ਬਣ ਜਾਂਦੇ ਆ। ਐਂਡ ਇਹਦੇ ਵਿੱਚ ਬੇਸਿਕਲੀ ਬੱਚਾ ਖੁਦ ਇੰਟਰਵਿਊ ਜਾਂਦਾ, ਬੱਚਾ ਖੁਦ ਆਪਣੀ ਫਾਈਲ ਲਾਉਣ ਜਾਂਦਾ। ਬੱਚੇ ਨੇ ਇਹ ਚੀਜ਼ ਸਾਬਤ ਕਰਨੀ ਹੁੰਦੀ ਵੀਜ਼ਾ ਅਫਸਰ ਨੂੰ ਆਪਣੀ ਫਾਈਲ ਦੇ ਵਿੱਚ ਐਂਡ ਇੰਟਰਵਿਊ ਦੇ ਵਿੱਚ ਕਿ ਮੈਂ ਕਿਹੜੀ ਯੂਨੀਵਰਸਿਟੀ ਸਰਚ ਕੀਤੀ ਹੈ, ਕਿੱਥੇ ਮੈਨੂੰ ਐਡਮਿਸ਼ਨ ਮਿਲੀ ਹੈ ਐਂਡ ਮੈਂ ਇਸ ਯੂਨੀਵਰਸਿਟੀ 'ਚ ਕਿਉਂ ਅਪਲਾਈ ਕਰ ਰਿਹਾ। ਉਹਦੇ ਵਿੱਚ ਕੀ ਚੀਜ਼ ਹੈ ਜਿੰਨੀ ਵੱਧ ਤੋਂ ਵੱਧ ਯੂਨੀਵਰਸਿਟੀਆਂ ਰਿਸਰਚ ਕਰੋਗੇ ਐਡਮਿਸ਼ਨ ਲਓਗੇ ਫਾਇਦਾ। ਸੋ 3 ਤਾਂ ਮੈਂ ਘੱਟੋ ਘੱਟ ਦੱਸ ਰਿਹਾ। ਸੋ ਸਾਡੀ ਕੋਸ਼ਿਸ਼ ਹੁੰਦੀ ਸੀ 3 4 5 ਯੂਨੀਵਰਸਿਟੀ 'ਚ ਅਪਲਾਈ ਕਰਕੇ ਉਹ I-20 ਲੈ ਕੇ ਫਿਰ ਅਪਲਾਈ ਕਰੀਏ। ਸੋ ਉਹਦੇ ਨਾਲ ਜਿਹੜੀ ਪ੍ਰੋਫਾਈਲ ਸੀ ਕਿ ਮੈਂ ਫਿਰ ਇੱਕ ਵਾਰ ਦੱਸਣਾ ਚਾਹੂੰਗਾ, ਜਿਹੜੇ ਕੇਸ ਮੈਂ ਲੈ ਰਿਹਾ ਵਾਂ ਉਹ ਸਿਰਫ 2013 ਔਰ 14 ਪਾਸਵਰਡ ਲੈ ਰਿਹਾ। ਮੈਂ 50% ਬੱਚੇ ਨੂੰ ਪਹਿਲਾਂ ਹੀ ਨਾ ਕਰ ਰਿਹਾ। ਮੇਰੇ को मैं जगराओं ऑफिस बैठा सी पिछले हफ्ते, रईया ऑफिस बैठा सीगा जलंधर भी, एंड तकरीबन मेरे हिसाब नाल मैं 10 चों 6 केस तो वैसे ना कर दिते। 2000 ਉਹ ਕਹਿੰਦੇ ਭਾਈ ਤੁਸੀਂ ਕਿਹਾ ਸੀ ਟੀਵੀ 'ਚ 2014 ਪਾਸਵਰਡ ਬੱਚੇ ਆਪਾਂ ਲੈ ਰਹੇ ਹਾਂ, ਮੈਂ ਤਾਂ 2014 ਪਾਸਵਰਡ, ਫਿਰ ਮੈਨੂੰ ਕਿਉਂ ਮਨਾ ਕਰ ਰਹੇ ਹੋ? ਮੈਂ ਕਿਹਾ ਮੇਰੇ ਵੀਰ ਤੇਰੀ ਇੰਗਲਿਸ਼ ਉਸ ਲੈਵਲ ਦੀ ਨਹੀਂ ਹੈਗੀ ਜੋ ਲੈਵਲ USA ਵਾਲਾ ਮੰਗਦੇ ਨੇ। ਤੁਸੀਂ USA ਅਗਰ ਡਿਗਰੀ ਕਰਨ ਜਾ ਰਹੇ ਹੋ 4 ਸਾਲ ਦੀ, ਤੁਸੀਂ ਗੋਰਿਆਂ 'ਚ ਜਾ ਕੇ ਪੜ੍ਹਨਾ, ਉੱਥੇ ਬੋਲ ਨਹੀਂ ਪਾਓਗੇ, ਆਪਣੀ SOP ਨਹੀਂ ਬਣਾ ਸਕਦੇ, ਆਪਣੀ ਇੰਟਰੋਡਕਸ਼ਨ ਨਹੀਂ ਦੇ ਸਕਦੇ, ਵੀਜ਼ਾ ਨਹੀਂ ਹੋਣਾ। ਦੂਰੀ ਨੇ ਕਿਹਾ ਕਿ ਰੀਸੈਂਟ ਪਾਸਵਰਡ ਵੀਜ਼ਾ ਆਏਗਾ ਨਾ, ਤੁਹਾਡਾ 2012 ਪਾਸਵਰਡ ਹੋ ਚਾਹੇ 13 ਪਾਸਵਰਡ ਚਾਹੇ 14 ਪਾਸਵਰਡ 12ਵੀਂ ਪਾਸ ਹੋ, ਇੰਗਲਿਸ਼ ਹੋਣੀ ਜ਼ਰੂਰੀ ਹੈ, ਆਪਣੀ SOP ਲਿਖਣੀ ਜ਼ਰੂਰੀ ਹੈ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਜ਼ਰੂਰੀ ਹੈ। ਸੋ ਜੇ ਤੁਸੀਂ 50% ਹੈਗੇ ਹੋ ਤਾਂ 50% ਆਪਾਂ ਤਿਆਰ ਕਰ ਸਕਦੇ ਹਾਂ। ਜੇ ਕਹੋਗੇ ਜੀ ਬਿਲਕੁਲ ਮੈਨੂੰ ਤੁਸੀਂ ਹੁਣ ਇਸ ਸਟੇਜ ਤੇ ਆ ਕੇ ਟੈਂਸ ਸਿਖਾਓ, ਗ੍ਰਾਮਰ ਸਿਖਾਓ, ਜੇ ਇੰਗਲਿਸ਼ ਬੋਲਣੀ ਸਿਖਾਓ, ਨਹੀਂ ਸਿਖਾ ਸਕਦੇ। ਪੋਲਿਸ਼ ਕੀਤਾ ਜਾ ਸਕਦਾ ਹੈ ਕਿ ਰਸਤਾ ਦੱਸਿਆ ਜਾ ਸਕਦਾ ਹੈ, ਪੋਲਿਸ਼ ਕੀਤਾ ਜਾ ਸਕਦਾ, ਟਿਪਸ ਦਿੱਤੇ ਜਾ ਸਕਦੇ, ਇੰਟਰਵਿਊ ਲਈ ਪ੍ਰਪੇਅਰ ਕੀਤਾ ਜਾ ਸਕਦਾ। ਬਟ ਇੰਗਲਿਸ਼ ਮੈਂ 15-20 ਦਿਨਾਂ 'ਚ ਕਿਸੇ ਨੂੰ ਨਹੀਂ ਸਿਖਾ ਸਕਦਾ। ਇਹ ਸਲਾਹ ਜ਼ਰੂਰ ਹੁੰਦੀ ਹੈ ਕਿ ਜੇ ਅੱਜ ਇੰਗਲਿਸ਼ ਵੀਕ ਆ ਅਪਲਾਈ ਕਰਨਾ ਚਾਹੁੰਦੇ ਹੋ, ਜਨਵਰੀ ਬੈਚ ਵਾਰੀ ਨਹੀਂ ਹੁੰਦੀ ਕਿਉਂਕਿ ਇਹਦੀ ਮੇਰੇ ਕੋਲ 20 ਜਾਂ 22 ਤਰੀਕ ਲਾਸਟ ਡੇਟ ਆ ਅਪਲਾਈ ਕਰਨ ਦੀ। ਜਨਵਰੀ ਬੈਚ ਦੀ ਵਾਰੀ ਨਹੀਂ ਹੁੰਦੀ, ਤੁਸੀਂ ਇੰਗਲਿਸ਼ ਦੀ ਕਲਾਸਾਂ ਲਗਾਓ, ਨੈਕਸਟ ਮਈ ਇਨਟੇਕ ਆ ਉਹਦੇ 'ਚ ਅਪਲਾਈ ਕਰ ਲਾਂਗੇ। ਸੋ ਬੱਚਾ ਇੰਗਲਿਸ਼ ਬੋਲ ਸਕਦਾ, ਉਹਦੀ ਕਮਿਊਨੀਕੇਸ਼ਨ ਸਕਿੱਲ ਅੱਛੀ ਹੈ ਤਾਂ USA 2012 13 14 ਪਾਸ ਹੋਟਾ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਹੈ ਜਾਂ ਆਇਲਸ ਦੀ ਵੀ ਹੈ? ਦੇਖੋ ਭਾਜੀ ਡਿਪੈਂਡ ਅਪਨ ਯੂਨੀਵਰਸਿਟੀਜ਼। ਹੁਣ ਕਈ ਬੱਚੇ ਇੱਥੇ ਵੀ ਕਨਫਿਊਜ਼ ਹੋਣਗੇ ਕਿਉਂਕਿ ਨੈਟ ਤੇ ਸਭ ਕੁਝ ਅਵੇਲੇਬਲ ਹੈ। ਕਈ ਯੂਨੀਵਰਸਿਟੀ ਮੰਗਦੀਆਂ ਨੇ GRE, ਕਈ ਯੂਨੀਵਰਸਿਟੀ ਮੰਗਦੀਆਂ ਨੇ TOEFL, ਕਈ ਯੂਨੀਵਰਸਿਟੀ ਮੰਗਦੀਆਂ ਨੇ IELTS। ਬਟ ਸਾਡੇ ਕੋਲ ਕੁਝ ਇਹੋ ਜਿਹੀ ਯੂਨੀਵਰਸਿਟੀ ਸਾਰੀਆਂ ਨਹੀਂ ਹੈ। ਜੇ ਮੈਂ ਕਹਾਂ ਜੀ ਮੇਰੇ ਕੋਲ 100 ਯੂਨੀਵਰਸਿਟੀ ਇਹੋ ਜਿਹੀ ਜਿਹੜੀ ਵਿਦਆਊਟ IELTS ਐਡਮਿਸ਼ਨ ਦਿੰਦੀ ਹੈ, ਨਹੀਂ। ਕੁਛ ਮੇਰੇ ਕੋਲ ਇਹੋ ਜਿਹੀਆਂ 28 ਤੋਂ 29 ਯੂਨੀਵਰਸਿਟੀਜ਼ ਨੇ, ਗਵਰਨਮੈਂਟ ਇੰਸਟੀਚਿਊਟਸ ਕਾਲਜਸ ਨੇ ਜਿਹੜੇ ਵਿਦਆਊਟ IELTS ਐਡਮਿਸ਼ਨ ਦੇ ਰਹੇ ਆ, ਬਸ਼ਰਤੇ ਬੱਚੇ ਦਾ ਇੰਗਲਿਸ਼ ਦਾ ਲੈਵਲ, ਉਹਦੇ ਨੰਬਰ ਐਂਡ ਉਹਦੀ ਲਿਖੀ ਹੋਈ SOP ਦੇਖ ਕੇ। ਐਂਡ ਇਹਦੇ 'ਚ ਯੂਨੀਵਰਸਿਟੀ ਕੋਈ ਇੰਟਰਵਿਊ ਵੀ ਨਹੀਂ ਲੈਂਦੀ, ਬੜੇ ਇਸ ਗੱਲੋਂ ਇਮਾਨਦਾਰ ਵੀ ਹੈ। ਹਾਂ ਅਗਰ ਚਾਹੇ ਆਉਣ ਵਾਲੇ ਟਾਈਮ ਦੇ ਵਿੱਚ ਉਹ I-20 ਦੇ ਬੇਸ ਟਾਈਮ ਦੇ ਉੱਪਰ ਸਕਾਈਪ ਤੇ ਇੰਟਰਵਿਊ ਲੈ ਸਕਦੇ। ਬਟ ਫਿਲਹਾਲ ਜਿਹੜੇ ਬੱਚੇ ਦੀ ਮੈਂ ਐਡਮਿਸ਼ਨ ਮੈਂ ਕਰਵਾ ਰਿਹਾ ਵਾਂ, ਜਿਨ੍ਹਾਂ ਦੀ ਫਾਈਲਾਂ ਆਪਾਂ ਤਿਆਰ ਕਰ ਰਹੇ ਜਾਂ ਐਮਬੈਸੀ ਲੱਗ ਰਹੀਆਂ ਨੇ, ਉਹਨਾਂ ਦੀ ਬੱਚੇ ਦੀ ਯੂਨੀਵਰਸਿਟੀ ਵੱਲੋਂ ਕੋਈ ਇੰਟਰਵਿਊ ਨਹੀਂ ਲਈ ਜਾ ਰਹੀ। ਬਟ ਉਹਨਾਂ ਦੀ ਇੰਟਰਵਿਊ ਪਹਿਲਾਂ ਆਪਾਂ ਲੈ ਰਹੇ ਹਾਂ ਕਿਉਂਕਿ ਬੇਸਿਕਲੀ ਮੇਰਾ ਇੱਕ ਫਰਜ਼ ਬਣਦਾ ਨਾ, ਮੈਂ ਯੂਨੀਵਰਸਿਟੀ ਨੂੰ ਇੱਕ ਸਹੀ ਕੰਸਲਟੈਂਟ ਆਪਣੇ ਆਪ ਨੂੰ ਸਾਬਤ ਕਰ ਸਕਾਂ। ਤਾਂ ਜੇ ਅੱਜ ਮੇਰੇ ਵੀਜ਼ੇ ਰਿਫਿਊਜ਼ ਹੋਣਗੇ, ਕੱਲ੍ਹ ਨੂੰ ਯੂਨੀਵਰਸਿਟੀ ਮੈਨੂੰ ਐਡਮਿਸ਼ਨ ਨਹੀਂ ਦੇਗੀ। ਸੋ ਮੈਂ ਯੂਨੀਵਰਸਿਟੀ ਦੇ ਵਿੱਚ ਐਂਡ ਐਮਬੈਸੀ ਵਿੱਚ ਆਪਣੀ ਕ੍ਰੈਡੀਬਿਲਿਟੀ ਬਣਾਉਣ ਦੇ ਲਈ ਮੈਂ ਸਿਰਫ ਉਹੀ ਕੇਸ ਚੱਕ ਰਿਹਾ ਜਿਸ 'ਚ ਮੈਨੂੰ ਅੰਦਰੋਂ 100% ਚਾਨਣਾ ਹੈ ਕਿ ਮੈਂ ਵੀਜ਼ਾ ਲਵਾ ਦੂੰਗਾ। ਅੱਗੇ ਮੇਰੀ ਕੀਤੀ ਮਿਹਨਤ ਤੇ ਬੱਚੇ ਦੀ ਕਿਸਮਤ, ਜੇ ਦੋਨੋਂ ਇਕੱਠੇ ਹੋ ਕੇ ਫਲ ਮਿਲਦਾ ਦੋਵੇਂ ਫਾਇਦੇ 'ਚ। ਅੱਛਾ, ਕੀ ਲੱਗਦਾ ਤੁਹਾਨੂੰ ਕਿ ਐਡਮਿਸ਼ਨ, ਜਿਵੇਂ ਕਿ ਆਸਟ੍ਰੇਲੀਆ ਦੀ ਸੀ ਐਗਜ਼ਾਮਪਲ ਲੈ ਲਈਏ ਕਿ GT ਫੋਲੋ ਕਰਨਾ ਹੈ ਜਾਂ ਵਿਦਿਆਰਥੀ ਨੂੰ ਮਨਾ ਹੋ ਜਾਂਦਾ, ਸਪੌਸ ਕੇਸ ਨਹੀਂ ਲੈਣਾ, ਕਿਸੇ ਦੇ ਫੰਡ ਐਕਸੈਪਟ ਨਹੀਂ ਹੁੰਦੇ, USA ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਨੇ, ਐਜੂਕੇਸ਼ਨ ਪ੍ਰੋਵਾਈਡਰਸ ਨੇ, ਉਹ ਐਡਮਿਸ਼ਨ ਦੇਣ ਵੇਲੇ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਦੇ ਨੇ ਸਟੂਡੈਂਟਸ ਨੂੰ? ਪਰ ਜਿੱਥੇ ਤੱਕ ਉਹਨਾਂ ਦੀ ਟੈਨਸ਼ਨ ਦਾ ਸਵਾਲ ਆ, ਉਹ ਸਿਰਫ ਇਹ ਦੇਖਦੇ ਨੇ ਕਿ ਬੱਚਾ ਜਿਹੜਾ ਹੈਗਾ ਸਾਡੇ ਮੁਲਕ ਆ ਕੇ ਪੜ੍ਹ ਸਕਦਾ ਐਂਡ ਆਪਣੀ ਪੜ੍ਹਾਈ ਖਤਮ, ਕਿਉਂਕਿ ਉੱਥੇ ਜਿਹੜੀ ਬੈਚਲਰ ਡਿਗਰੀ ਸਰ ਉਹ 4 ਸਾਲਾਂ ਦੀ ਹੈ। ਸੋ ਜੇ ਕਿਸੇ ਬੱਚੇ ਨੇ 12ਵੀਂ ਕੀਤੀ ਹੈ ਤਾਂ ਉਹ 4 ਸਾਲ ਦੀ ਡਿਗਰੀ USA ਕਰਨ ਜਾਂਦਾ ਹੈ। ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਲ ਇਹ ਵੀ ਹੋ ਸਕਦਾ ਕਿ ਤੁਸੀਂ ਇੰਡੀਆ 'ਚ ਜਿਹੜੀ ਡਿਗਰੀ 3 ਸਾਲਾਂ 'ਚ ਮੁਕਾ ਸਕਦੇ ਹੋ, ਉਹ USA ਆ ਕੇ 4 ਸਾਲ ਦੀ ਹੀ ਕਿਉਂ ਚੂਜ਼ ਕਰ ਰਹੇ ਹੋ? ਸੋ ਉਹ ਇੰਟੈਂਸ਼ਨ ਚੈੱਕ ਕਰਦੇ ਆ। ਦੂਜੀ ਚੀਜ਼ ਇਹ ਦੇਖਦੇ ਕਿ ਜਿਹੜੇ ਬੱਚੇ ਨੂੰ ਆਪਾਂ ਵੀਜ਼ਾ ਦੇਣ ਜਾ ਰਹੇ ਹਾਂ, ਚਲੋ ਮੰਨ ਲੈਣੇ ਬੱਚਾ ਪੜ੍ਹਨ ਵਾਲਾ ਹੈਗਾ, ਕਰੀਮ ਸਟੂਡੈਂਟ ਹੈ, ਪੜ੍ਹ ਵੀ ਲਊਗਾ, ਕਿ ਪੜ੍ਹਾਈ ਖਤਮ ਕਰਨ ਤੋਂ ਬਾਅਦ, ਕਿਉਂਕਿ ਉੱਥੇ ਪੜ੍ਹਾਈ ਤੋਂ ਬਾਅਦ ਗ੍ਰੀਨ ਕਾਰਡ PR ਆਪਸ਼ਨ ਸਾਰੀਆਂ ਹੈਗੀਆਂ, ਕਿ ਇਹ ਬੱਚਾ ਪੜ੍ਹਾਈ ਖਤਮ ਕਰਨ ਤੋਂ ਬਾਅਦ ਸਾਡੀ ਕੰਟਰੀ ਲਈ ਇੱਕ ਐਸੈਟ ਬਣ ਪਾਊਗਾ, ਕਿ ਸਾਡੀ ਕੰਟਰੀ ਦੀ ਗਰੋਥ ਵਿੱਚ, ਡਿਵੈਲਪਮੈਂਟ ਵਿੱਚ ਹਿੱਸਾ ਪਾ ਪਾਊਗਾ। ਕਿਉਂਕਿ ਬੇਸਿਕਲੀ USA ਬੜਾ ਆਪਾਂ ਦੇਖਦੇ ਹਾਂ ਕਿ ਅੱਜ ਵੀ ਨਾਸਾ ਵਿੱਚ ਸਾਰੇ ਮੇਰੇ ਖਿਆਲ 40% ਸਾਇੰਟਿਸਟ ਆਪਣੇ ਇੰਡੀਆ ਤੋਂ ਬੈਠੇ। ਸੋ ਉਹ ਬ੍ਰੇਨਸ ਖਰੀਦਦੇ ਆ, ਦਿਮਾਗ ਖਰੀਦਦੇ ਆ। ਸੋ ਉਹ ਕਹਿੰਦੇ ਜੀ ਠੀਕ ਆ, ਅਗਰ ਬੱਚਾ ਪੜ੍ਹਨ ਆਉਣਾ ਚਾਹੁੰਦਾ, ਅਸੀਂ ਇਹਨਾਂ ਨੂੰ ਪੜ੍ਹਾ ਰਹੇ ਹਾਂ, ਸਾਡੀ ਯੂਨੀਵਰਸਿਟੀਆਂ ਕਾਲਜਾਂ 'ਚ ਬੱਚਾ ਐਜੂਕੇਸ਼ਨ ਲੈ ਰਿਹਾ, ਆਪਣੀ ਸਟੱਡੀ ਕੰਪਲੀਟ ਕਰ ਰਿਹਾ, ਕਿ ਪੜ੍ਹਾਈ ਤੋਂ ਬਾਅਦ ਇਹ ਬੱਚਾ ਸਾਡੀ ਕੰਟਰੀ ਲਈ ਇੱਕ ਐਸੈਟ ਬਣ ਸਕਦਾ ਕਿ ਨਹੀਂ। ਇਹ ਉਹਨਾਂ ਦੇ ਵੀਜ਼ਾ ਅਫਸਰ ਦੀ ਸੋਚ ਹੋ ਸਕਦੀ ਹੈ, ਮੇਰਾ ਆਪਣਾ ਇੱਕ ਅੰਦਾਜ਼ਾ ਜਾਂ ਮੇਰੇ ਆਪਣੀ ਇੱਕ ਐਕਸਪੀਰੀਅੰਸ ਹੋ ਸਕਦਾ। ਬਟ ਮੈਨੂੰ ਲੱਗਦਾ ਕਿ ਉਹ ਇਹ ਵੀ ਚੀਜ਼ ਦਾ ਚੈੱਕ ਕਰਦੇ ਆ, ਪੜ੍ਹਾਈ ਦੀ ਇੰਟੈਂਸ਼ਨ ਤਾਂ ਚੈੱਕ ਕਰਦੇ ਨੇ, ਉਹਦੇ ਨਾਲ ਦੀ ਨਾਲ ਪੜ੍ਹਾਈ ਤੋਂ ਬਾਅਦ ਉਹਨੇ PR ਵੀ ਦੇਣੀ ਹੈ। ਸੋ ਉਹ ਇਹ ਦੇਖਦੇ ਕਿ ਇਹ ਬੱਚਾ ਸਾਡੀ
ਕੰਟਰੀ ਲਈ ਡਿਵੈਲਪਮੈਂਟ ਲਈ ਕਿੰਨਾ ਕੀ ਹਿੱਸਾ ਪਾ ਸਕਦੇ ਜੀ। ਅੱਛਾ, ਤੁਸੀਂ ਆਫ ਦਾ ਰਿਕਾਰਡ ਗੱਲ ਕਰ ਰਹੇ ਸੀ ਕਿ ਕਿਊਬਿਕ ਨਰਸਿਸ ਦਾ ਬਹੁਤ ਅੱਛਾ ਸਕੋਪ ਹੈਗਾ ਕੈਨੇਡਾ ਦੇ ਵਿੱਚ, ਕਿੰਨੇ ਕੋ ਸੀਟਸ ਇਸ ਵਕਤ ਅਵੇਲੇਬਲ ਨੇ? ਪਰ ਮੈਂ ਕਿਊਬਿਕ ਦੀ ਗੱਲ ਕੀਤੀ ਸੀਗੀ ਜੀ, ਉਹਦੇ ਚ ਜਿੱਦਾਂ 5.5 ਬੈਂਡ ਓਵਰਆਲ ਚਾਹੀਦੇ ਹੁੰਦੇ ਨੇ, ਪਲੱਸ B2 ਲੈਵਲ ਦੀ ਫ੍ਰੈਂਚ ਚਾਹੀਦੀ ਹੁੰਦੀ ਹੈ। ਟੋਟਲ 1000 ਵਿੱਚੋਂ ਤਕਰੀਬਨ 669 ਸੀਟਾਂ ਭਰ ਚੁੱਕੀਆਂ ਸੀ। ਜੇ ਮੈਂ ਅਪਡੇਟ ਮੇਬੀ ਸ਼ਾਇਦ 2-4 ਸੀਟਾਂ ਫਰਕ ਵੀ ਹੋ ਸਕਦਾ। ਸੋ ਕੈਪ ਹੈ ਭਰਨ ਤੱਕ ਜਾਂ ਕੋਈ ਡੇਟ ਲਾਸਟ? ਡੇਟ ਨਹੀਂ ਭਾਜੀ, ਕੈਪ। ਸੋ 1000 ਐਪਲੀਕੇਸ਼ਨ ਤੋਂ ਵਿੱਚੋਂ ਹਾਲੇ ਵੀ ਤਕਰੀਬਨ 300-350 ਐਪਲੀਕੇਸ਼ਨ ਪੈਂਡਿੰਗ ਹੈ। ਜਿਹੜੇ ਮੇਰੇ ਦੋਸਤ ਨੇ, ਜੋ ਵੀ ਮੇਰੇ ਭੈਣ ਭਰਾ ਇਹ ਸ਼ੋਅ ਦੇਖ ਰਹੇ ਨੇ, ਕਿਸੇ ਨੇ ANM ਨਰਸਿੰਗ ਕੀਤੀ ਹੈ, GNM ਕੀਤੀ ਜਾਂ BSc ਕੀਤੀ, ਡਿਊਰੇਸ਼ਨਸ ਕਿੰਨੀ ਘੱਟੋ ਘੱਟੀ ਪੜ੍ਹਾਈ ਕੀਤੀ ਹੋਵੇ ਮੈਡੀਕਲ ਲਾਈਨ ਦੇ ਵਿੱਚ? ਦੇਖੋ ਭਾਜੀ, ਜੇ ਕਿਸੇ ਨੇ ANM ਕੀਤੀ ਤਾਂ 1.5 ਸਾਲ ਦੀ ਹੁੰਦੀ ਹੈ। ਜੇ ਪੜ੍ਹਾਈ ANM ਮੈਂ ਉਹੀ ਗੱਲ ਕਰ ਰਿਹਾ ਕਿ 1.5 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਘੱਟੋ ਘੱਟ। ਜੇ ਪੜ੍ਹਾਈ ਛੋਟੀ ਜਿੱਦਾਂ ANM ਛੋਟੀ ਪੜ੍ਹਾਈ ਹੈ, ਉਹਨਾਂ ਤਜਰਬਾ ਜ਼ਿਆਦਾ ਚਾਹੀਦਾ। ਜੇ GNM ਕੀਤੀ ਹੈ, ਤਜਰਬਾ 3 ਸਾਲ ਦਾ ਚਾਹੀਦਾ। BSc ਨਰਸਿੰਗ ਕੀਤੀ ਹੈ, ਤਜਰਬਾ 2 ਸਾਲ ਦਾ ਚਾਹੀਦਾ। ਘੱਟੋ ਘੱਟ 5 ਸਾਲ ਗੁਜ਼ਾਰੇ ਹੋਣ ਤਕਰੀਬਨ। ਹਾਂ, ਆਪਣੇ ਫੀਲਡ ਵਧੀਆ ਪ੍ਰੋਫਾਈਲ ਮੈਨੂੰ ਗਿਣੂਗਾ। ਕਿਸੇ ਸਟੂਡੈਂਟ ਨੇ ANM GNM ਜਾਂ BSc ਨਰਸਿੰਗ ਕੀਤੀ ਹੈ, 3 ਤੋਂ 5 ਸਾਲ ਦਾ ਉਹਨੂੰ ਕਿਸੇ ਹਸਪੀਟਲ ਦਾ ਕਲੀਨਿਕਲ ਉਹਨੂੰ ਰਜਿਸਟਰਡ ਨਰਸ ਦਾ ਐਕਸਪੀਰੀਅੰਸ ਹੈ। IELTS ਵਿੱਚੋਂ ਵੈਸੇ 5 ਬੈਂਡ ਰਿਕੁਆਇਰਮੈਂਟ ਆ ਈਚ, ਬਟ ਆਪਾਂ 5.5 ਫਿਰ ਵੀ ਕਹਿ ਰਹੇ ਹਾਂ। 5.5 ਓਵਰਆਲ, 5 ਈਚ ਜਨਰਲ ਕੈਟਾਗਰੀ ਚੋਂ। B2 ਲੈਵਲ ਦੀ ਉਹਨੂੰ ਫ੍ਰੈਂਚ ਚਾਹੀਦੀ ਹੈ। ਤਕਰੀਬਨ 9 ਮਹੀਨੇ ਤੋਂ ਲੈ ਕੇ 12 ਮਹੀਨੇ ਦੇ ਵਿੱਚ ਉਹ ਆਪਣੇ ਪਰਿਵਾਰ ਸਮੇਤ, ਹਸਬੈਂਡ, ਬੱਚੇ ਜਿਹੜੇ 18 ਸਾਲ ਤੋਂ ਛੋਟੇ ਨੇ, ਉਹਨਾਂ ਨਾਲ ਲੈ ਕੇ ਜਾ ਸਕਦੇ ਆ। ਹਾਲੇ ਵੀ 300-350 ਸੀਟ ਅਵੇਲੇਬਲ ਹੈਗੀ ਆ। ਜੇ ਕੋਈ ਆ ਕੇ ਸਾਡੇ ਥਰੂ ਇਹ PR ਦਾ ਕੇਸ ਲੌਂਚ ਕਰਨਾ ਚਾਹੁੰਦਾ, ਜੋ ਆ ਕ੍ਰਾਈਟੇਰੀਆ ਮੀਟ ਕਰ ਰਿਹਾ, ਸੋ ਆ ਕੇ ਰਜਿਸਟ੍ਰੇਸ਼ਨ ਪੁਆਇੰਟ ਬੇਸ ਸਿਸਟਮ ਹੈ ਸਾਰਾ ਪੂਰਾ। ਭਾਜੀ ਇਹ 'ਚ ਵੀ 55 ਪੁਆਇੰਟ ਪੂਰੇ ਕਰਨੇ। ਐਜੂਕੇਸ਼ਨ ਹੋ ਗਈ, ਸੇਮ ਉਮਰ ਦੇ ਪੁਆਇੰਟ, ਪੜ੍ਹਾਈ ਦੇ ਪੁਆਇੰਟ, ਐਕਸਪੀਰੀਅੰਸ ਦੇ ਪੁਆਇੰਟ, IELTS ਦੇ ਪੁਆਇੰਟ, ਹਸਬੈਂਡ ਦੀ ਕੁਆਲੀਫਿਕੇਸ਼ਨ ਦੇ ਪੁਆਇੰਟਸ, ਫ੍ਰੈਂਚ ਦੇ ਪੁਆਇੰਟਸ, ਸੇਮ ਉਸ ਤਰ੍ਹਾਂ ਪੁਆਇੰਟ ਪੂਰੇ ਕਰਨੇ ਜਿਵੇਂ ਫੈਡਰਲ 'ਚ ਪੂਰੇ ਕਰਨੇ ਨੇ ਜਾਂ ਜਿਵੇਂ ਆਸਟ੍ਰੇਲੀਆ 'ਚ ਪੂਰੇ ਕਰਨੇ ਹੁੰਦੇ ਨੇ। ਸੋ ਜੋ ਮੈਂ ਰਿਕੁਆਇਰਮੈਂਟ ਦੱਸ ਚੁੱਕਾ, ਇਹੋ ਤੁਹਾਡੇ ਪੁਆਇੰਟ ਪੂਰੇ ਕਰਦੇ ਨੇ। ਅਗਰ ਤੁਸੀਂ ਇਸ ਕ੍ਰਾਈਟੇਰੀਆ ਨੂੰ ਮੀਟ ਕਰਦੇ ਹੋ ਤਾਂ RS ਗਲੋਬਲ ਦੇ ਆਫਿਸ ਜਿਹੜੇ ਵੀ ਤਿੰਨੇ ਬ੍ਰਾਂਚਸ ਵਿੱਚ ਆ ਕੇ ਆਪਣੀ ਅਪਾਇੰਟਮੈਂਟ ਲੈ ਕੇ, ਕਿਉਂਕਿ PR ਦੇ ਕੇਸਿਸ ਆਪਾਂ ਸਿਰਫ ਅਪਾਇੰਟਮੈਂਟ ਦੇ ਨਾਲ ਹੀ ਡੀਲ ਕਰ ਪਾਵਾਂਗੇ ਭਾਜੀ। ਸੋ ਅਪਾਇੰਟਮੈਂਟ ਲੈ ਕੇ, ਆਪਣੇ ਡਾਕੂਮੈਂਟ ਲੈ ਕੇ, ਆਪਣਾ ਰਿਜ਼ਿਊਮ ਲੈ ਕੇ ਲੇਟੈਸਟ ਆ ਕੇ ਮਿਲ ਸਕਦੇ ਹੋ। ਅਗਰ ਤੁਹਾਡੇ ਪੁਆਇੰਟ ਪੂਰੇ ਹੁੰਦੇ ਆ, ਤੁਹਾਨੂੰ ਸਲਾਹ ਦਿੱਤੀ ਜਾਏਗੀ। ਅਗਰ ਨਹੀਂ ਹੁੰਦੇ ਤਾਂ ਪੁਆਇੰਟ ਕਿਵੇਂ ਪੂਰੇ ਕਰ ਸਕਦੇ, ਉਹਦੇ ਲਈ ਵੀ ਸਲਾਹ ਦਿੱਤੀ ਜਾਏਗੀ। ਇਹ ਵਨ ਸ਼ਾਟ ਐਪਲੀਕੇਸ਼ਨ ਹੈ ਜਾਂ ਵਿਦਿਆਰਥੀ ਐਪਲੀਕੇਸ਼ਨ ਪਾਉਣ ਤੋਂ ਬਾਅਦ ਆਪਣਾ ਜਿਹੜਾ IELTS ਦੀ ਰਿਕੁਆਇਰਮੈਂਟ ਹੈਗੀ ਹੈ ਜਾਂ ਫ੍ਰੈਂਚ ਦੀ ਹੈ ਬਾਅਦ ਚ ਦੇ ਸਕਦਾ? ਬਾਅਦ ਸੇਮ ਜਿੱਦਾਂ ਫੈਡਰਲ ਚ ਹੈ, ਸੌਰੀ ਜਿੱਦਾਂ ਆਸਟ੍ਰੇਲੀਆ ਚ ਆਪਾਂ ਗੱਲ ਫੈਡਰਲ ਵਨ ਸ਼ਾਟ ਹੋ ਗਿਆ। ਸੇਮ ਨਹੀਂ, ਫੈਡਰਲ ਵਾਂਗੂ ਨਹੀਂ, ਆਸਟ੍ਰੇਲੀਆ ਵਾਂਗੂ ਹੈ। ਤੁਸੀਂ ਅੱਜ ਆਪਣੀ ਐਪਲੀਕੇਸ਼ਨ ਲੌਂਚ ਕਰ ਦਿਓ, ਤੁਹਾਡੇ ਕੋਲ IELTS ਨਹੀਂ ਹੈਗਾ, ਤੁਹਾਡੇ ਕੋਲ ਫ੍ਰੈਂਚ ਨਹੀਂ ਹੈਗਾ, ਤੁਹਾਨੂੰ 3 ਮਹੀਨੇ ਦਾ ਟਾਈਮ ਮਿਲਦਾ, ਤਕਰੀਬਨ 90 ਤੋਂ 100 ਦਿਨ ਦਾ। ਅਪਰੂਵਲ ਹੋਣ ਤੋਂ ਬਾਅਦ ਜਦੋਂ ਤੁਸੀਂ ਫਾਈਲ ਐਮਬੈਸੀ ਲੌਂਚ ਕਰਨੀ ਆ, ਉਦੋਂ ਤੁਸੀਂ ਆਪਣਾ IELTS ਦਾ ਸਰਟੀਫਿਕੇਟ, ਉਦੋਂ ਤੁਸੀਂ ਆਪਣਾ ਫ੍ਰੈਂਚ ਦਾ ਸਰਟੀਫਿਕੇਟ ਜਮ੍ਹਾਂ ਕਰਾ ਸਕਦੇ ਹੋ। ਸੋ ਅਗਰ ਤੁਹਾਨੂੰ ਆਪਣੇ ਆਪ ਤੇ ਯਕੀਨ ਹੈ ਕਿ ਮੈਂ ਫ੍ਰੈਂਚ B2 ਲੈਵਲ ਦੀ ਕਰ ਸਕਦਾ, IELTS 5.5 ਬੈਂਡ ਜਨਰਲ ਮੋਡਿਊਲ ਚੋਂ ਲੈ ਸਕਦਾ, ਉਹ ਆਪਣੀ ਕੇਸ ਲੌਂਚ ਕਰਾ ਲੇ। ਅਗਰ ਲੱਗਦਾ ਕਿ ਨਹੀਂ ਰਿਸਕ ਹੈਗਾ, ਫਿਰ ਉਹਦੇ 'ਚ ਤਕਰੀਬਨ 70-80 ਹਜ਼ਾਰ ਰੁਪਏ ਦਾ ਨੁਕਸਾਨ ਹੋਏਗਾ, ਕੇਸ ਲੌਂਚ ਕਰਨ ਦੀ ਲੋੜ ਨਹੀਂ। ਉਹੀ ਬੰਦਾ ਲੌਂਚ ਕਰੇ ਜਿਹਨੂੰ ਲੱਗਦਾ ਮੈਂ 5.5 ਬੈਂਡ IELTS ਵਿੱਚੋਂ B2 ਲੈਵਲ ਦੀ ਫ੍ਰੈਂਚ ਪੂਰੀ ਕਰ ਸਕਦਾ। ਉਹ ਇਹਨਾਂ 2 ਚੀਜ਼ਾਂ ਤੋਂ ਬਿਨਾਂ ਵੀ ਕੇਸ ਅਪਰੂਵਲ ਲਈ ਪ੍ਰੋਸੈਸ ਸ਼ੁਰੂ ਕੀਤਾ ਜਾ ਸਕਦਾ। ਆਫਟਰ 3 ਮੰਥਸ ਉਹਨੂੰ ਜਦੋਂ ਫਾਈਲ ਐਮਬੈਸੀ ਲੱਗਣੀ ਹੈ, ਉਦੋਂ ਆ ਡਾਕੂਮੈਂਟਸ ਪ੍ਰੋਵਾਈਡ ਕਰਨ ਦੀ ਲੋੜ ਪੈਗੀ। ਜੀ, ਅਸੀਂ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਟੌਪਿਕਸ ਦੇ ਉੱਪਰ। ਪਹਿਲਾ ਟੌਪਿਕ ਸਾਡਾ ਸੀਗਾ ਆਸਟ੍ਰੇਲੀਆ, USA, ਉਸ ਤੋਂ ਬਾਅਦ ਅਸੀਂ ਕਿਊਬਿਕ ਨਰਸਿਸ ਬਾਰੇ ਗੱਲ ਕੀਤੀ ਹੈ। ਕਿਸੇ ਵੀ ਵਿਦਿਆਰਥੀ ਦੇ ਮਨ ਦੇ ਵਿੱਚ ਕੋਈ ਸਵਾਲ ਹੈ, RS ਗਲੋਬਲ ਦੇ ਨੰਬਰ ਫਲੈਸ਼ ਕੀਤੇ ਜਾ ਰਹੇ ਨੇ, ਭਾਵੇਂ ਆਸਟ੍ਰੇਲੀਆ ਸੰਬੰਧੀ ਹੈ, ਭਾਵੇਂ USA ਸੰਬੰਧੀ ਹੈ, ਭਾਵੇਂ ਤੁਸੀਂ ਤਜਰਬੇਕਾਰ ਨਰਸਿਸ ਹੋ ਔਰ ਤੁਸੀਂ ਕੈਨੇਡਾ ਦੇ ਵਿੱਚ PR ਤੌਰ ਤੇ ਅਪਲਾਈ ਕਰਨਾ ਚਾਹੁੰਦੇ ਹੋ, ਚਾਹੇ ਫੈਮਿਲੀ ਸਮੇਤ ਉੱਥੇ ਜਾ ਕੇ ਸ਼ਿਫਟ ਹੋਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਸਵਾਲ ਹੈ, RS ਗਲੋਬਲ ਦੇ ਨੰਬਰ ਫਲੈਸ਼ ਕੀਤੇ ਜਾ ਰਹੇ ਨੇ। ਨੰਬਰਾਂ ਤੋਂ ਇਲਾਵਾ ਤੁਹਾਨੂੰ ਲੱਗਦਾ ਕਿ ਨੰਬਰ ਬਿਜ਼ੀ ਨੇ ਤਾਂ ਤੁਸੀਂ ਆਪਣਾ ਮੈਸੇਜ ਜ਼ਰੂਰ ਛੱਡਣਾ, ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ, ਆਪਣਾ ਸਵਾਲ, ਕੁਆਲੀਫਿਕੇਸ਼ਨ, ਵਾਜਬ ਜਵਾਬ RS ਗਲੋਬਲ ਵੱਲੋਂ ਤੁਹਾਨੂੰ ਜ਼ਰੂਰ ਆਊਗਾ। ਇਸ ਤੋਂ ਇਲਾਵਾ ਸ਼ੋਅ ਦੁਬਾਰਾ ਦੇਖਣਾ ਚਾਹੁੰਦੇ ਹੋ, ਇਹੀ ਸ਼ੋਅ ਸਾਡਾ ਜਿਹੜਾ ਹੈਗਾ ਕੱਲ੍ਹ ਨੂੰ 3:30 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸੇ ਹੀ ਪ੍ਰੋਗਰਾਮ ਦੇ ਦੌਰਾਨ ਕੋਈ ਵੀ ਮਨ ਦੇ ਵਿੱਚ ਸਵਾਲ ਆਉਂਦਾ ਤੁਸੀਂ ਕਾਲ ਕਰ ਸਕਦੇ ਹੋ, ਸ਼ੋਅ ਤੋਂ ਬਾਅਦ ਕਾਲ ਕਰ ਸਕਦੇ ਹੋ। ਰਿਪੀਟ ਟੈਲੀਕਾਸਟ ਸਮਾਂ ਜਿਹੜਾ ਹੈਗਾ ਉਹ ਨਿਰਧਾਰਿਤ ਹੈਗਾ 3:30 ਵਜੇ, ਉੱਥੇ ਤੁਸੀਂ ਆਪਣਾ ਜਿਹੜਾ ਹੈਗਾ ਸ਼ੋਅ ਦੇਖ ਸਕਦੇ ਹੋ। ਅਗਲਾ ਟੌਪਿਕ ਜਿਹੜਾ ਹੈਗਾ ਉਹ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਕਾਫੀ ਰੁਝਾਨ ਵੇਖਣ ਨੂੰ ਮਿਲਿਆ ਕਿ ਮਾਂ ਪਿਓ ਆਪਣੇ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਨੇ। 3-4 ਨੈਗੇਟਿਵ ਚੀਜ਼ਾਂ ਵੀ ਹਮੇਸ਼ਾ ਰਹੀਆਂ ਨੇ। ਇੱਕ ਤਾਂ ਉੱਥੇ ਨਾਲ ਜਾਣ ਦੀ ਪ੍ਰਵਿਰਤੀ ਬਹੁਤ ਵੱਧ ਗਈ ਹੈ ਕਿ ਬੱਚੇ ਨੂੰ ਭੇਜਣ ਦੇ ਨਾਲੋਂ ਜ਼ਿਆਦਾ ਖੁਸ਼ੀ ਮਾਂ ਪਿਓ ਨੂੰ ਹੋ ਰਹੀ ਹੈ ਕਿ ਹੁਣ ਇੱਕ ਆਪਸ਼ਨਸ ਆ ਗਏ ਸਾਡੇ ਕੋਲ ਵਿਦੇਸ਼ ਜਾਣ ਦੀ। ਦੂਜਾ ਹੈ ਕਿ ਸਾਡੇ ਕੋਲ ਪੈਸੇ ਪੂਰੇ ਨਾ ਹੋਣ ਦੇ ਬਾਵਜੂਦ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਨੂੰ ਉੱਥੇ ਪੜ੍ਹਾਈਏ। ਸੋ ਆਓ ਗੱਲਬਾਤ ਸ਼ੁਰੂ ਕਰਦੇ ਹਾਂ ਆਸਟ੍ਰੇਲੀਆ ਔਰ ਕੈਨੇਡਾ ਦੇ ਸਕੂਲਿੰਗ ਬਾਰੇ। ਕੈਨੇਡਾ ਤੋਂ ਮੈਂ ਸ਼ੁਰੂਆਤ ਕਰਨੀ ਚਾਹੂੰਗਾ ਕਿ ਵਿਦਿਆਰਥੀ ਨੂੰ ਅਸੀਂ ਭੇਜਣ ਦਾ ਇੱਕ ਰੁਝਾਨ ਟ੍ਰੈਂਡ ਸ਼ੁਰੂ ਕਰ ਲਿਆ। ਪਹਿਲਾਂ ਤਾਂ ਮੈਂ ਕਹੂੰਗਾ ਕਿ ਕਿਸ ਤਰ੍ਹਾਂ ਦੀਆਂ ਆਪਸ਼ਨਸ ਅਵੇਲੇਬਲ ਹੈ, ਕਿੰਨੇ ਕੁ ਉਮਰ ਦੇ ਬੱਚੇ ਨੂੰ, ਕਿੰਨੀ ਕੁ ਕੁਆਲੀਫਿਕੇਸ਼ਨ ਵਾਲੇ ਬੱਚੇ ਨੂੰ ਅਪਲਾਈ ਕਰਨਾ ਚਾਹੀਦਾ? ਰਣਵੀਰ ਭਾਜੀ, ਮੈਂ ਸਕੂਲਿੰਗ ਵੀਜ਼ੇ ਬਾਰੇ ਕਾਫੀ ਵਾਰ ਅੱਗੇ ਵੀ ਇਸ ਮੰਚ ਤੋਂ ਬੋਲ ਚੁੱਕਾ, ਬਟ ਮੇਰੀ ਉਹਨਾਂ ਦੋਸਤਾਂ ਨੂੰ ਹੱਥ ਬੰਨ੍ਹ ਕੇ ਇੱਕ ਰਿਕੁਐਸਟ ਆ, ਜਿਹੜੇ ਬੱਚੇ ਸਕੂਲਿੰਗ, ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਸਕੂਲਿੰਗ ਐਜੂਕੇਸ਼ਨ ਲਈ ਭੇਜਣਾ ਚਾਹੁੰਦੇ ਨੇ, ਉਹ ਆਪਣੇ ਦਿਮਾਗ ਵਿੱਚ ਇੱਕ ਚੀਜ਼ ਦਾ ਜਿਹੜਾ ਫਤੂਰ ਕੱਢ ਦੇਣ ਕਿ ਬੱਚੇ ਦੇ ਨਾਲ ਜਾ ਕੇ ਆਪਾਂ ਉੱਥੇ ਪੱਕੇ ਹੋ ਸਕਦੇ ਹਾਂ, ਕੰਮ ਕਰ ਸਕਦੇ ਹਾਂ, ਪੈਸੇ ਕਮਾ ਸਕਦੇ ਹਾਂ। ਇਹ ਆਪਸ਼ਨਸ ਨਹੀਂ ਹੋ ਪਾਉਣਗੀਆਂ, ਬਾਅਦ 'ਚ ਇਹ ਚੀਜ਼ਾਂ ਹੋ ਸਕਦੀਆਂ। ਨਾਲ ਬੱਚੇ ਦੇ ਅਪਲਾਈ ਕਰੋਗੇ ਤਾਂ ਇੱਕ ਵੀਜ਼ਾ ਰਿਜੈਕਟ ਹੋਣ ਦੇ 90% ਚਾਂਸ ਹੈ।
ਮੈਂ ਇਸ ਮੰਚ ਤੇ ਹਮੇਸ਼ਾ ਉਹ ਗੱਲਾਂ ਕਰਦਾ ਜੋ ਮੇਰੇ ਨਾਲ ਆਪਣੇ ਵਾਪਰੀਆਂ। ਅਸੀਂ ਨਾਲ ਕੇਸ ਲਾ ਕੇ ਦੇਖੇ ਸੀਗੇ ਅੱਜ ਤੋਂ ਕੁਝ ਚਿਰ ਪਹਿਲਾਂ, ਵੀਜ਼ੇ ਰਿਜੈਕਸ਼ਨ ਹੁੰਦੇ ਆ ਕਿਉਂਕਿ ਬੇਸਿਕਲੀ ਅੱਜ ਫਾਦਰ ਜਿਹੜਾ ਮੇਨ ਇੱਥੇ ਇਨਕਮ ਦਾ ਸੋਰਸ ਹੈ, ਮੈਂ ਕਿਸੇ ਬੱਚੇ ਦੀ ਗੱਲ ਕਰਦਾ ਉਹਦੇ ਫਾਦਰ ਇੱਥੇ ਜੌਬ ਕਰਦੇ ਨੇ ਕੋਈ, ਉਹ ਬੱਚੇ ਦੇ ਨਾਲ ਉਹਦੇ ਫੈਮਿਲੀ 'ਚ ਉਹਦਾ ਛੋਟਾ ਭਰਾ, ਉਹਦੀ ਭੈਣ, ਉਹਦੀ ਮੰਮੀ ਆ, 5 ਜਣੇ ਟੋਟਲ ਰਹਿੰਦੇ ਨੇ। ਬੱਚੇ ਦੇ ਨਾਲ ਉਹਦਾ ਫਾਦਰ ਜਾਊਗਾ ਤਾਂ ਮਗਰ ਸੋਰਸ ਆਫ ਇਨਕਮ ਕੀ ਰਹਿ ਜਾਊਗਾ? ਵੀਜ਼ਾ ਅਫਸਰ ਦਿਮਾਗ ਸਭ ਤੋਂ ਪਹਿਲਾਂ ਚੀਜ਼ ਕਲਿੱਕ ਕਰਦੀ ਆ, ਵਿਦਆਊਟ ਇੰਟਰਵਿਊ 5ਵੇਂ ਦਿਨ 6ਵੇਂ ਦਿਨ ਵੀਜ਼ਾ ਰਿਫਿਊਜ਼ ਹੋ ਕੇ ਘਰ ਆ ਜਾਂਦਾ। ਮੇਰੀ ਉਹਨਾਂ ਮਾਂ ਪਿਓ ਨੂੰ ਸਲਾਹ ਹੈ ਕਿ ਜੇ ਬੱਚੇ ਨੂੰ ਭੇਜਣਾ ਚਾਹੁੰਦੇ ਹੋ, ਬੇਸਿਕਲੀ ਉਹਨਾਂ ਸਰਕਾਰਾਂ ਨੇ ਉਹਨਾਂ ਕੰਟਰੀ ਜਿਵੇਂ ਮੈਂ ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਸਕੂਲੀ ਵੀਜ਼ੇ ਲਈ, ਉਹਨਾਂ ਲੋਕਾਂ ਦੇ ਲਈ ਸ਼ੁਰੂ ਕੀਤੇ ਨੇ ਜਿਹੜੇ ਆਪਣੇ ਬੱਚਿਆਂ ਦੀ ਫੀਸ ਅਫੋਰਡ ਕਰ ਸਕਦੇ ਆ। ਤਕਰੀਬਨ ਖਰਚਾ ਸਫਾਈ ਕਰਨ ਵਾਲਾ ਹੀ ਚਲੇ ਗਿਆ ਤੇ ਫਿਰ ਰਹਿ ਕੀ ਗਿਆ ਭਾਜੀ? ਤੁਸੀਂ ਆਪਣੇ ਉਸ ਬੱਚੇ ਨੂੰ ਉੱਥੇ ਟੇਕ ਕੇਅਰ ਕਰੋਗੇ, ਉਹਦਾ ਪਾਲਣ ਪੋਸ਼ਣ ਕਰੋਗੇ ਕਿ ਮਗਰ ਜਿਹੜਾ ਤੁਹਾਡਾ ਵਾਈਫ, ਤੁਹਾਡਾ ਦੂਜਾ ਬੱਚਾ, ਉਹਨੂੰ ਰੋਟੀ ਖਵਾਓਗੇ? ਇਹਦਾ ਮਤਲਬ ਇਹ ਕਿ ਤੁਸੀਂ ਜਾਣਾ ਚਾਹੁੰਦੇ ਹੋ, ਬੱਚਾ ਨਹੀਂ। ਬੜੀ ਮੈਂ ਜੋ ਗੱਲ ਸਿੱਧੀ ਨਹੀਂ ਕਹਿ ਸਕਿਆ, ਤੁਸੀਂ ਗੱਲ ਕਹਿਤੀ। ਸੋ ਬੇਸਿਕਲੀ ਬੱਚੇ ਨੂੰ ਭੇਜਣਾ ਚਾਹੁੰਦੇ ਹੋ, ਬੱਚਾ ਭੇਜੋ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ 3 ਮਹੀਨਿਆਂ ਬਾਅਦ ਉਹਦੀ ਮਦਰ ਨੂੰ ਭੇਜਿਆ ਜਾਵੇ ਤਾਂ ਵੀਜ਼ਾ ਲੱਗਣ ਦੇ ਚਾਂਸਸ 99% ਹੁੰਦੇ ਆ, ਕਿਉਂਕਿ ਮਦਰ ਦਾ ਬੱਚੇ ਨਾਲ ਜ਼ਿਆਦਾ ਅਟੈਚਮੈਂਟ ਹੁੰਦੀ ਜਿਹੜੇ ਬੱਚੇ ਛੋਟਾ ਹੈ। ਸੋ ਤਕਰੀਬਨ 8 ਤੋਂ ਲੈ ਕੇ 10-12 ਲੱਖ ਰੁਪਏ ਤੱਕ ਟੋਟਲ ਖਰਚਾ ਆ ਜਾਂਦਾ ਸਾਲ ਦੀ ਫੀਸ ਵਿੱਚ, ਉਹਦੀ ਮਹੀਨੇ 1.5-2 ਮਹੀਨੇ ਦੀ ਅਕੋਮੋਡੇਸ਼ਨ ਪਾ ਕੇ, ਐਮਬੈਸੀ ਫੀਸ, ਟਿਕਟਾਂ ਵਗੈਰਾ ਸਭ ਕੁਝ ਪਾ ਕੇ। ਸੋ ਜਿਹੜੇ ਮਾਂ ਪਿਓ ਤਕਰੀਬਨ 8 ਤੋਂ ਲੈ ਕੇ 10-12 ਲੱਖ ਰੁਪਏ ਅਫੋਰਡ ਕਰ ਸਕਦੇ ਨੇ ਸਾਲ ਦਾ, ਉਹੀ ਬੱਚੇ ਨੂੰ ਭੇਜਣ ਬਾਰੇ ਸੋਚੋ। ਜੇ ਤੁਸੀਂ ਨਾਲ ਜਾਣਾ ਚਾਹੁੰਦੇ ਹੋ ਤਾਂ ਉਹਦੀ ਫਾਈਲ ਹੋਰ ਕੋਈ ਕੰਸਲਟੈਂਟ ਲੈ ਰਿਹਾ ਹੋਵੇ ਜਾਂ ਐਮਬੈਸੀ ਕਹਿ ਰਹੀ ਹੈ, ਜੇ ਮੈਂ ਗੱਲ ਕਰਾਂ ਐਮਬੈਸੀ ਦੀ ਵੈਬਸਾਈਟ ਉੱਪਰ ਲਿਖਿਆ ਕਿ ਮਾਂ ਪਿਓ ਨਾਲ ਜਾ ਸਕਦੇ ਆ, ਬਟ ਅਸੀਂ ਕੇਸ ਨਹੀਂ ਲੈ ਰਹੇ। ਅਸੀਂ ਕੇਸ ਲੈ ਰਹੇ ਹਾਂ ਤਕਰੀਬਨ 3 ਮਹੀਨੇ ਬਾਅਦ। ਅੱਜ ਬੱਚਾ ਗਿਆ, 3 ਮਹੀਨੇ ਬਾਅਦ ਉਹਦੇ ਮਦਰ ਜਾਂ ਫਾਦਰ ਦਾ ਵੀਜ਼ਾ ਅਪਲਾਈ ਕੀਤਾ ਜਾਊਗਾ, ਉਹਦੇ ਅਕੋਰਡਿੰਗ ਜੋ ਫਾਰਮੈਲਿਟੀਜ਼ ਆ ਉਹਦੇ 'ਚ ਵੀਜ਼ਾ ਆਉਣ ਦੀ ਪੂਰੀ ਸੰਭਾਵਨਾ ਹੈ। ਦੂਜੀ ਚੀਜ਼, ਤੁਸੀਂ ਉਮਰ ਦੀ ਗੱਲ ਕਰ ਰਹੇ ਹੋ, ਅਪਲਾਈ ਤਾਂ ਦੂਜੀ ਤੀਜੀ ਵਾਲਾ ਬੱਚਾ ਵੀ ਕਰ ਸਕਦਾ, ਬਟ ਅਸਲ 'ਚ ਮੈਂ ਇੱਥੇ ਉਹੀ ਗੱਲ ਕਰੂੰਗਾ ਜਿਹਦੇ 'ਚ ਰਿਜ਼ਲਟ ਆਉਣੇ ਆ। ਅਪਲਾਈ ਮੈਂ ਅੱਗੇ ਵੀ ਕਹਿੰਦਾ ਕਿ ਅਪਲਾਈ ਕਰਨ ਵਿੱਚ ਤੇ ਵੀਜ਼ਾ ਲੈਣ 'ਚ ਬੜੇ ਫਰਕ ਹੈ। ਸੋ ਜੋ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ। ਅਪਲਾਈ ਤਾਂ ਦੂਜੀ ਤੀਜੀ ਵਾਲਾ ਹੀ ਬੱਚਾ ਕਰ ਸਕਦਾ, ਬਟ ਜੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਜਿਹੜੇ ਬੱਚੇ 6ਵੀਂ ਤੋਂ ਉੱਪਰ ਹੈ, 7ਵੀਂ ਪਾਸ, 8ਵੀਂ ਪਾਸ, 9ਵੀਂ ਪਾਸ ਹੈ, 18 ਸਾਲ ਤੋਂ ਘੱਟ ਹੈ, ਉਹਨਾਂ ਨਾਲ ਵੀਜ਼ਾ ਅਪਲਾਈ ਕਰੋਗੇ ਤੇ ਵੀਜ਼ਾ ਲੱਗਣ ਤੇ ਤਕਰੀਬਨ 99% ਚਾਂਸ ਆ। 1.5-2 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ ਜੀ, ਚਾਹੇ ਆਸਟ੍ਰੇਲੀਆ ਚਾਹੇ ਕੈਨੇਡਾ। 8 ਤੋਂ ਲੈ ਕੇ 10-12 ਲੱਖ ਟੋਟਲ ਖਰਚਾ, ਜਿਹਦੇ ਵਿੱਚ ਫੀਸ ਵੀ ਮੈਂ ਦੱਸ ਰਿਹਾ, ਅਕੋਮੋਡੇਸ਼ਨ ਵੀ ਦੱਸ ਰਿਹਾ, ਉਹਦੇ ਨਾਲ 1 ਮਹੀਨੇ ਦੀ ਫੂਡਿੰਗ ਨਾਲ ਦੱਸ ਰਿਹਾ, ਉੱਥੇ ਕਸਟਡੀਸ਼ਿਪ ਨਾਲ ਦੱਸ ਰਿਹਾ, ਟਿਕਟ, ਐਮਬੈਸੀ ਵੀ ਸਾਰਾ ਕੁਝ ਪਾ ਕੇ, ਵਿੱਚ ਸਾਡੀ ਵੀ ਪਾ ਕੇ। ਸੋ ਟੋਟਲ 8 ਤੋਂ 12 ਲੱਖ ਤਕਰੀਬਨ ਖਰਚਾ, ਡਿਪੈਂਡ ਤੁਸੀਂ ਕਿਹੜਾ ਸਕੂਲ ਲਿਆ, ਉਹਦੀ ਫੀਸ ਕਿੰਨੀ ਹੈ, ਕਿਹੜੇ ਏਰੀਆ 'ਚ ਪੈਂਦੀ ਹੈ। ਜਿਹੜੇ ਕੁਝ ਛੋਟੇ ਸਬਰਬਨ ਏਰੀਆ 'ਚ ਸਕੂਲ ਪੈਂਦੇ ਨੇ ਉਹਨਾਂ ਦੀ ਫੀਸਾਂ ਘੱਟ ਹੈ। ਜੇ ਕੋਈ ਬੱਚਾ ਮੈਨੀਟੋਬਾ, ਕਿਊਬਿਕ ਵਾਲੇ ਪਾਸੇ ਜਾ ਰਿਹਾ ਕੈਨੇਡਾ ਵਿੱਚ, ਉਹਦੀ ਫੀਸਾਂ ਘੱਟ ਹੈ। ਪਰਥ ਵਾਲੇ ਪਾਸੇ ਆਸਟ੍ਰੇਲੀਆ ਜਾ ਰਿਹਾ, ਫੀਸਾਂ ਘੱਟ ਹੈ। ਸਿਡਨੀ, ਮੈਲਬਨ ਜਾ ਰਿਹਾ, ਫੀਸਾਂ ਜ਼ਿਆਦੀਆਂ। ਸੋ ਤਾਂ 8 ਤੋਂ ਲੈ ਕੇ 10-12 ਲੱਖ ਰੁਪਏ ਦਾ ਖਰਚਾ ਦੱਸ ਰਿਹਾ, ਕਿਉਂਕਿ ਇਹ 'ਚ ਫੀਸ ਵੈਰੀ ਕਰਦੀ ਹੈ। ਸੋ ਮਾਂ ਪਿਓ ਨਾਲ ਜਾਣ ਵਾਲੀ ਇੱਛਾ ਨਾਲ ਲੈ ਕੇ ਆਇਓ। ਜੇ ਸਾਡੇ ਕੋਲੋਂ ਕੇਸ ਲਵਾਉਣਾ ਚਾਹੁੰਦੇ ਹੋ, ਬੱਚਿਆਂ ਦਾ ਵੀਜ਼ਾ ਲਵਾ ਕੇ ਦਊਂਗਾ ਜੇ ਕੇਸ ਲੈ ਲਿਆ ਤਾਂ। ਬਟ ਮਦਰ ਫਾਦਰ ਜਿਹੜਾ ਵੀ ਜਾਣਾ ਚਾਹੁੰਦਾ ਉਹਨੂੰ ਇੱਕ ਜਣੇ ਨੂੰ ਭੇਜੂਗਾ ਤਕਰੀਬਨ 3 ਤੋਂ 4 ਮਹੀਨੇ ਬਾਅਦ। ਜੇ ਉਧਰ ਗਾਈਡਿੰਗ ਨਹੀਂ ਹੈ ਤੁਹਾਡੇ ਕੋਲ ਕੋਈ ਸਾਂਭਣ ਵਾਲਾ ਤਾਂ ਵੀ ਬੜਾ ਵਧੀਆ ਸਵਾਲ ਭਾਜੀ। ਜੇ ਨਹੀਂ ਹੈਗਾ, ਜੇ ਕਿਸੇ ਬੱਚੇ ਦੇ ਉੱਥੇ ਰਿਸ਼ਤੇਦਾਰ ਨੇ, ਭੈਣ ਭਰਾ, ਕੋਈ ਸਾਕ ਸੰਬੰਧੀ, ਚਾਹੇ ਕੋਈ ਵੀ ਉਹਦਾ ਬੋਲਚਾ ਵਾਲਾ ਵੀ ਬੰਦਾ ਹੈਗਾ, ਉਹਦੀ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਆ ਤਾਂ ਉਹ ਕਸਟਡੀਸ਼ਿਪ ਉਹਦੀ ਲੈ ਸਕਦਾ। ਅਦਰਵਾਈਜ਼ ਜੇ ਨਹੀਂ ਵੀ ਕਿਸੇ ਦਾ ਹੈਗਾ ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਜਿਵੇਂ ਮੈਂ ਦੱਸਿਆ ਸੀ ਕਿ ਸਾਡਾ ਹੁਣ ਆਸਟ੍ਰੇਲੀਆ ਵਿੱਚ ਵੀ ਆਪਾਂ ਸਰਵਿਸ ਦੇਣੀ ਸ਼ੁਰੂ ਕਰ ਦਿੱਤੀਆਂ ਨੇ। ਮੇਰਾ ਛੋਟਾ ਖੁਦ ਦਾ ਬ੍ਰਦਰ ਉੱਥੇ ਸਿਡਨੀ 'ਚ ਹੈ, ਮੈਂ ਨੰਬਰ ਥੱਲੇ ਫਲੈਸ਼ ਚੱਲ ਰਹੀ ਆਸਟ੍ਰੇਲੀਆ 'ਚ, ਉੱਥੇ ਬੱਚੇ ਦਾ ਖੁਦ ਅਸੀਂ ਅਕੋਮੋਡੇਸ਼ਨ ਅਰੇਂਜ ਕਰਾ ਕੇ ਦੇਵਾਂਗੇ। ਓਕੇ, ਚਾਹੇ ਉਹ ਕਾਲਜ ਵਿੱਚ, ਸਕੂਲ 'ਚ ਕਰਾ ਕੇ ਦਈਏ ਜਾਂ ਸਕੂਲ ਤੋਂ ਬਾਹਰ ਕਰਾ ਕੇ ਦਈਏ, ਬਟ ਪ੍ਰੈਫਰੇਬਲੀ ਜਿਹੜੇ ਬੱਚੇ ਛੋਟੇ, ਜਿੱਦਾਂ ਹੁਣ 10-12-13 ਸਾਲ ਦਾ ਬੱਚਾ, 14 ਸਾਲ ਦਾ ਬੱਚਾ ਹੈ, ਉਹਨੂੰ ਬਾਹਰ ਅਕੋਮੋਡੇਸ਼ਨ ਅਰੇਂਜ ਕਰਾਉਣ ਦੀ ਸਲਾਹ ਨਹੀਂ ਦਿੰਦਾ। ਛੋਟਾ ਬੱਚਾ ਹੁੰਦਾ, ਸੋ ਉਹਨੂੰ ਮੈਂ ਉਸ ਸਕੂਲ ਵਿੱਚ ਹੀ ਅਕੋਮੋਡੇਸ਼ਨ, ਸੋ ਉਹਨੂੰ 1 ਮਹੀਨੇ ਦੀ ਪਹਿਲਾਂ ਅਕੋਮੋਡੇਸ਼ਨ ਵਿੱਚ ਫੂਡਿੰਗ ਨਾਲ ਕਰਾ ਕੇ ਦੇਈਦੀ ਹੈ। ਉਹਦੇ ਪੇਰੈਂਟਸ ਅਗਰ ਚਾਹਣ ਕਿ ਉੱਥੇ ਕੰਟੀਨਿਊ ਕਰਨਾ ਦੇ ਕੈਨ, ਅਗਰ ਚਾਹਣ ਕਿ ਨਹੀਂ ਜੀ ਅਸੀਂ ਕਿਤੇ ਹੋਰ ਬੱਚੇ ਨੂੰ ਭੇਜਣਾ ਚਾਹੁੰਦੇ, ਕਿਸੇ ਹੋਰ ਵੱਖਰਾ ਰਹਿਣਾ ਚਾਹੁੰਦਾ, ਉਹ ਉਹਨਾਂ ਦੀ ਆਪਣੀ ਇੱਛਾ ਹੈ। ਸੋ ਉਹਦਾ ਪ੍ਰਬੰਧ ਇੱਥੋਂ ਨਾਲ ਕਰਵਾ ਕੇ ਭੇਜਿਆ ਜਾਏਗਾ, ਕਿਉਂਕਿ RS ਗਲੋਬਲ ਹੁਣ ਆਸਟ੍ਰੇਲੀਆ ਵਿੱਚ ਵੀ ਨਾਲ ਪੋਸਟ ਲੈਂਡਿੰਗ ਸਰਵਿਸ ਦੇ ਰਹੀ ਹੈ। ਮੇਰਾ ਖੁਦ ਦਾ ਬ੍ਰਦਰ ਉੱਥੇ ਬੈਠ ਕੇ ਜਿਹੜੇ ਬੱਚੇ ਸਾਡੇ ਥਰੂ ਜਾ ਰਹੇ ਆ, ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਮੀਗ੍ਰੇਸ਼ਨ ਸਰਵਿਸ ਦੀ ਲੋੜ ਪੈਂਦੀ ਹੈ, ਸਲਾਹ ਦੀ ਲੋੜ ਪੈਂਦੀ ਹੈ, RS ਗਲੋਬਲ ਹੁਣ ਤੁਹਾਡੇ ਲਈ ਸਿਡਨੀ ਵਿੱਚ ਵੀ ਅਵੇਲੇਬਲ ਹੈ। ਕਿਸ ਡੇ ਇਨਟੇਕ ਦੀ ਤਿਆਰੀ ਕਰਨੀ ਚਾਹੀਦੀ ਸਕੂਲਿੰਗ ਵਾਲਿਆਂ ਨੂੰ? ਜਨਵਰੀ ਭਾਜੀ, ਸਕੂਲਿੰਗ ਵਾਲੇ, ਕਿਉਂਕਿ ਆਲਮੋਸਟ ਸਾਰੇ ਹੁਣ ਦੇਖੋ ਸਾਰੀ ਕੰਟਰੀਆਂ, ਜੇ ਕੈਨੇਡਾ ਦੀ ਗੱਲ ਕਰਾਂ ਵੀ ਜਨਵਰੀ ਇਨਟੇਕ ਹੈ, USA ਦੀ ਗੱਲ ਕਰਾਂ ਵੀ ਜਨਵਰੀ ਇਨਟੇਕ ਹੈ, ਆਸਟ੍ਰੇਲੀਆ ਵੀ ਜਨਵਰੀ ਇਨਟੇਕ ਹੈ। ਸੋ ਸਕੂਲਿੰਗ ਵਿੱਚ ਵੀ ਇਸ ਟਾਈਮ ਜਨਵਰੀ ਫਰਵਰੀ ਦੇ ਇਨਟੇਕ ਨੇ। ਜਨਵਰੀ 'ਚ ਕਲਾਸਾਂ ਸ਼ੁਰੂ ਹੋਣੀਆਂ, ਜਨਵਰੀ 'ਚ ਹੁਣ ਤੋਂ ਤਕਰੀਬਨ ਜਿੱਦਾਂ ਕ੍ਰਿਸਮਸ ਛੁੱਟੀਆਂ ਖਤਮ ਹੋਣ ਤੋਂ ਬਾਅਦ 25-26 ਜਨਵਰੀ ਤੋਂ ਲੈ ਕੇ 15-16 ਫਰਵਰੀ ਦੇ ਵਿੱਚ ਕਲਾਸਾਂ ਸ਼ੁਰੂ ਹੁੰਦੀਆਂ ਨੇ, ਜਿਹੜੇ ਸਕੂਲਿੰਗ ਵਾਲੇ ਬੱਚੇ ਜਾਣਾ ਚਾਹੁੰਦੇ ਨੇ। ਜੀ, ਵਿਜ਼ਟਰ ਵੀਜ਼ਾ ਤੁਸੀਂ ਕੀਤਾ, ਕਾਫੀ ਦੇਸ਼ਾਂ ਨੂੰ ਪ੍ਰਮੋਟ ਕੀਤਾ ਸੀਗਾ, ਕਾਫੀ ਰਿਕੁਆਇਰਮੈਂਟ ਦੱਸੀ ਸੀਗੀ, ਕਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ? ਪਰ ਇਹ ਵਿਜ਼ਟਰ ਵੀਜ਼ਾ ਬਾਰੇ ਹਰ ਵਾਰ ਇਸ ਮੰਚ ਤੋਂ ਬੋਲਦਾ, ਬਟ ਸੱਚੀ ਦੱਸਾਂ ਦਿਲੋਂ ਅੱਜ ਵੀ ਹਾਲੇ ਮੈਂ ਦੁਖੀ ਹਾਂ ਇਸ ਰੀਜ਼ਨ ਕਰਕੇ ਕਿ ਜਦੋਂ ਵੀ ਮੈਂ ਜਗਰਾਉਂ ਵਾਲੇ ਆਫਿਸ ਜਾਂ ਰਈਏ ਵਾਲੇ ਆਫਿਸ ਬੈਠਦਾ ਵਾਂ, ਉੱਥੇ ਅੱਜ ਵੀ ਲੋਕਾਂ ਦਾ ਜਿਹੜਾ ਮਕਸਦ ਨਾ ਪਹੁੰਚ ਤੱਕ ਹੁੰਦਾ। ਅੱਜ ਵੀ ਆਪਾਂ ਇੱਕ ਵਾਰ ਗੱਲ ਕੀਤੀ ਸੀ ਨਾ, ਉਹਦੀ 25-25 ਲੱਖ ਰੁਪਏ, 20 ਲੱਖ ਰੁਪਏ, ਉਹ ਅੱਜ ਵੀ ਪਹੁੰਚ ਤੱਕ ਮੁੱਦਾ ਰੱਖਦੇ ਆ। ਇਹ ਨਹੀਂ ਸੋਚਦਾ ਬੰਦਾ ਕਿ ਯਾਰ ਜਿਹੜਾ ਅੱਛਾ ਜ਼ਿੰਦਗੀਆਂ ਖਰਾਬ ਹੋ ਗਈਆਂ ਲੋਕਾਂ ਦੀਆਂ, ਪਤਾ ਨਹੀਂ ਕਿਉਂ। ਸੱਚੀ ਦਿਲ ਦੁਖਦਾ ਇਹ ਚੀਜ਼ ਸੁਣ ਕੇ ਕਿ ਯਾਰ ਇੰਨੇ ਸਾਲਾਂ ਤੋਂ ਇਸ ਮੰਚ ਤੇ ਬੈਠ ਕੇ ਆਪਾਂ ਹੋਕਾ ਦਿੰਨੇ ਆ, ਫਿਰ ਵੀ ਚਲੋ ਖੈਰ 20-25% ਹੁੰਗਾਰਾ ਲੋਕਾਂ ਤੱਕ ਪਹੁੰਚਦਾ, ਬਟ ਜਿੰਨਾ ਲੋਕਾਂ ਤੱਕ ਅਸਲੀ ਹੁੰਗਾਰਾ ਪਹੁੰਚਾਉਣਾ ਚਾਹੁੰਦੇ ਉਹ ਹਾਲੇ ਵੀ ਨਹੀਂ ਪਹੁੰਚ ਪਾਉਂਦਾ।
ਤੁਸੀਂ ਮੰਨੋਗੇ ਬੜੀ ਇਹਨਾਂ ਜਦੋਂ ਮੈਂ ਆਫਿਸ 'ਚ ਬੈਠ ਕੇ ਲੋਕਾਂ ਨੂੰ ਮਿਲਦਾ ਉੱਥੇ ਅੱਜ ਵੀ ਕਹਿੰਦੇ ਬੜੀ ਉਹ ਮਲਟੀਪਲ ਤੁਸੀਂ ਵੀਜ਼ਾ ਕਰ ਦਿਓ 10 ਸਾਲ ਵਾਲਾ। ਮੈਂ ਕਿਹਾ ਜੀ ਭਾਜੀ ਬਿਲਕੁਲ ਕਰ ਦਿਓ ਜੀ, ਮੈਂ ਨਹੀਂ ਕਰਦਾ ਜੀ, ਉਹ ਤਾਂ ਐਮਬੈਸੀ ਕਰਦੀ, ਮੈਂ ਤਾਂ ਫਾਈਲ ਤਿਆਰ ਕਰਨੀ ਆਪਣੀ 25,000 ਰੁਪਏ ਫੀਸ ਲੈ ਕੇ। ਕਹਿੰਦੇ ਭਾਜੀ ਉਹ 'ਚ ਫਿਰ 10 ਸਾਲ ਉੱਥੇ ਆਪਾਂ ਫਿਰ ਮਤਲਬ ਉੱਥੇ ਕੰਮ ਕੁਰ ਵੀ ਕਰ ਸਕਦੇ ਆ। ਮੈਂ ਕਿਹਾ ਭਾਜੀ ਵੀਜ਼ਾ ਕਿਹੜਾ? ਕਹਿੰਦੇ ਵਿਜ਼ਟਰ ਵੀਜ਼ਾ। ਮੈਂ ਕਿਹਾ ਵਿਜ਼ਟਰ ਵੀਜ਼ੇ ਤੁਸੀਂ ਮਤਲਬ ਕੀ ਹੈ ਜੀ? ਪਤਾ ਘੁੰਮਣ ਫਿਰਨ ਜਾਣਾ ਆਪਾਂ। ਤਾਂ ਮੈਂ ਭਾਜੀ ਘੁੰਮਣ ਫਿਰਨ ਚੱਲੇ ਹੋ ਆਪਣੀ ਜ਼ਿੰਦਗੀ 'ਚ, ਤੁਸੀਂ ਜੋ ਇੱਥੇ ਬਿਜ਼ੀ ਪਨ ਚੋਂ ਬਾਹਰ ਨਿਕਲ ਕੇ 15-20 ਦਿਨ ਸਕੂਨ ਲੈਣ ਚੱਲੇ ਹੋ ਕਿ ਚਲੋ ਕੰਮਾਂ ਕਾਰਾਂ 'ਚ ਬਿਜ਼ਨਸ ਜੌਬ ਖੇਤੀਬਾੜੀ ਥੋੜਾ ਮਨ ਅੱਕ ਗਿਆ, 15-20 ਦਿਨ ਜਾ ਕੇ ਮਨ ਨੂੰ ਹੋਰ ਪਾਸੇ ਪਾਉਣੇ ਆ, ਤੇ ਜੋ ਉੱਥੇ ਵੀ ਕੰਮ ਕਰਨ ਚੱਲੇ ਫਿਰ ਇੱਥੇ ਕਰ ਲਓ ਯਾਰ, ਬਾਹਰ ਜਾਣ ਦੀ ਕੀ ਲੋੜ ਆ? ਭਾਜੀ ਐਮਬੈਸੀ ਨੂੰ ਇਹ ਚੀਜ਼ ਸਾਬਤ ਕਰਨੀ ਪੈਂਦੀ ਹੈ ਕਿ ਮੈਂ ਘੁੰਮਣ ਫਿਰਨ ਜਾ ਰਿਹਾ, ਕੰਮ ਨਹੀਂ ਕਰ ਸਕਦੇ। ਜੇ 10 ਸਾਲ ਦਾ ਵੀਜ਼ਾ ਮਿਲਦਾ ਹੈ ਤਾਂ ਕੋਈ ਵੀ ਬੰਦਾ ਉੱਥੇ 10 ਸਾਲ ਤੱਕ ਸਟੇ ਨਹੀਂ ਕਰ ਸਕਦਾ। ਉਹ ਵੀਜ਼ਾ ਸਿਰਫ ਉਹਨਾਂ ਲੋਕਾਂ ਦੇ ਲਈ ਹੁੰਦਾ ਕਿ ਕੋਈ ਬੰਦਾ ਸਾਲ 'ਚ 2 ਵਾਰ 3 ਵਾਰ ਉਸ ਕੰਟਰੀ ਟਰੈਵਲ ਕਰ ਰਿਹਾ, ਬਾਰ-ਬਾਰ ਉਹਨਾਂ ਕੋਲ ਐਮਬੈਸੀਆਂ 'ਚ ਗੇੜੇ ਮਾਰਨ ਜੋਗਾ ਟਾਈਮ ਨਹੀਂ ਹੈਗਾ। ਉਹ ਇੱਕ ਵਾਰ ਵੀਜ਼ਾ ਦਿੰਦੇ ਨੇ ਕਿ ਚਲੋ ਠੀਕ ਹੈ ਜੀ ਤੁਸੀਂ 10 ਸਾਲ ਤੱਕ ਜੋ ਮਰਜ਼ੀ ਆਓ ਜਾਓ। ਪਰ ਜਦੋਂ ਤੁਸੀਂ 에ਅਰਪੋਰਟ ਤੇ ਜਾਂਦੇ ਹੋ, ਤੁਸੀਂ ਐਂਟਰੀ ਲੈਂਦੇ ਹੋ ਉਸ ਕੰਟਰੀ ਦੇ ਵਿੱਚ, ਜਿਹੜੇ ਉੱਥੇ ਐਂਟਰੀ ਕਲੀਅਰੈਂਸ ਆਫਿਸਰ ਹੁੰਦੇ ਨੇ ਉਹ ਤੁਹਾਨੂੰ ਪੁੱਛਦੇ ਨੇ ਹਾਂਜੀ ਸਰ ਤੁਸੀਂ ਕਿਸ ਮਕਸਦ ਲਈ ਆ ਰਹੇ ਹੋ, ਉਹ ਕਿੰਨੇ ਦਿਨਾਂ ਲਈ ਇੱਥੇ ਰਹਿਣਾ। ਤੁਸੀਂ 15 ਦਿਨ 20 ਦਿਨ ਮਹੀਨਾ ਜਿੰਨਾ ਚਿਰ ਵੀ ਉੱਥੇ ਬੋਲਦੇ ਹੋ ਤੁਹਾਨੂੰ ਉਨੇ ਚਿਰ ਦੀ ਐਂਟਰੀ ਦਿੱਤੀ ਜਾਂਦੀ ਹੈ। ਅਗਰ ਤੁਸੀਂ ਉਸ ਐਂਟਰੀ ਤੋਂ ਵੱਧ ਰਹਿੰਦੇ ਹੋ, ਫਰਜ਼ ਕਰੋ ਐਂਟਰੀ ਮਿਲੀ 3 ਮਹੀਨੇ ਦੀ, ਤੁਸੀਂ ਰਹਿ ਕੇ 6 ਮਹੀਨੇ ਉੱਥੇ ਵਾਪਸ ਆ ਰਹੇ ਹੋ, ਜਦੋਂ ਅਗਲੀ ਵਾਰ ਜਾਓਗੇ ਤੁਹਾਡਾ 에ਅਰਪੋਰਟ ਤੇ ਵੀਜ਼ਾ ਕੈਂਸਲ ਕਰ ਦੇਣਗੇ। ਸੋ 10 ਸਾਲ ਦਾ ਵੀਜ਼ਾ ਪਾਸਪੋਰਟ ਤੇ ਹੋਣ ਦੇ ਨਾਲ ਮਤਲਬ ਇਹ ਨਹੀਂ ਕਿ 10 ਸਾਲ ਉੱਥੇ ਰਿਹਾ ਜਾ ਸਕਦਾ। ਸੋ ਦੋਸਤੋ ਮੈਂ ਵਿਜ਼ਟਰ ਵੀਜ਼ੇ ਨੂੰ ਜ਼ਿਆਦਾ ਪ੍ਰਮੋਟ ਹਰ ਵਾਰ ਤਾਂ ਕਰਦਾ ਕਿਉਂਕਿ ਜਿਹੜੇ RS ਗਲੋਬਲ ਦੇ ਆਫਿਸ ਹੈ ਜਗਰਾਓਂ ਰਹੀਏ ਛੋਟੇ ਕਸਬਿਆਂ 'ਚ ਆਫਿਸ ਖੋਲ੍ਹੇ ਸੀ ਆਪਾਂ, ਆਉਣ ਵਾਲੇ ਟਾਈਮ ਵਿੱਚ ਤੁਹਾਡੇ ਪਿਆਰ ਸਦਕਾ ਪਰਮਾਤਮਾ ਦੇ ਆਸ਼ੀਰਵਾਦ ਸਦਕਾ ਅਸੀਂ ਹੋਰ ਬਟਾਲਾ ਗੁਰਦਾਸਪੁਰ ਵਾਲੇ ਪਾਸੇ ਵੀ ਆਫਿਸ ਖੋਲ੍ਹਣ ਜਾ ਰਹੇ ਹਾਂ। ਮੇਬੀ ਨਵੰਬਰ ਦਸੰਬਰ ਤੱਕ ਉਹ ਸਾਡਾ ਸੁਪਨਾ ਪੂਰਾ ਹੋ ਜਾਵੇ। ਸੋ ਮੈਂ ਇਹਨਾਂ ਛੋਟੇ ਏਰੀਆ ਵਿੱਚ ਹੀ ਆਫਿਸ ਖੋਲ੍ਹਣ ਨੂੰ ਤਰਜੀਹ ਇਸ ਕਰਕੇ ਦਿੰਦਾ ਤਾਂ ਕਿ ਲੋਕੀ ਇੱਥੋਂ ਹੀ ਠੱਗੀ ਦੇ ਸ਼ਿਕਾਰ ਹੁੰਦੇ ਨੇ ਉਹ ਨਾ ਹੋਣ। ਪਰ ਫਿਰ ਵੀ ਜਦੋਂ ਦਫ਼ਤਰ ਆ ਕੇ ਫਿਰ ਉਹੀ ਸੇਮ ਸਵਾਲ ਪੁੱਛਿਆ ਜਾਂਦਾ, ਫਿਰ ਉਦੋਂ ਮਨ ਨੂੰ ਆਪ ਨੂੰ ਦੁੱਖ ਹੁੰਦਾ ਕਿ ਯਾਰ ਇੰਨਾ ਕੁਝ ਕਰਨ ਦਾ ਫਾਇਦਾ ਕੀ ਜਦੋਂ ਫਿਰ ਵੀ ਲੋਕਾਂ ਨੂੰ ਵੀ ਸਵਾਲ ਪੁੱਛਣਾ। ਸੋ ਫਿਰ ਮੈਂ ਖੈਰ ਤੁਸੀਂ ਵੀ ਹਟਣਾ ਮੈਂ ਵੀ ਨਹੀਂਗਾ। ਸੋ ਮੈਂ ਫਿਰ ਅੱਜ ਉਹੀ ਹੋਕਾ ਦਊਂਗਾ। ਟੂਰਿਸਟ ਵੀਜ਼ਾ ਮੇਰੇ ਕੋਲ ਤਕਰੀਬਨ ਆਪਾਂ 40-45 ਕੰਟਰੀ ਨੇ ਜਿੱਥੇ ਆਪਾਂ ਘੁੰਮਣ ਫਿਰਨ ਜਾ ਸਕਦੇ ਹਾਂ। ਖੈਰ ਘੁੰਮਣ ਨੂੰ ਤਾਂ ਆਪਾਂ 200 ਕੰਟਰੀਆਂ ਜਾ ਸਕਦੇ ਹਾਂ। 40-45 ਕੰਟਰੀਆਂ ਦੇ ਜਿੱਦਾਂ ਉਹ 'ਚ ਸ਼ੈਂਗਨ ਕੰਟਰੀਜ਼ ਨੇ, ਉਹ 'ਚ USA ਹੈ, UK ਹੈ, ਕੈਨੇਡਾ ਹੈ, ਯੂਰਪ ਹੈ, ਤੁਸੀਂ ਘੁੰਮਣ ਫਿਰਨ ਜਾ ਸਕਦੇ ਹੋ। ਜੇ ਕੋਈ ਰਹਿੰਦਾ ਹੈ ਤਾਂ ਸਪਾਂਸਰਸ਼ਿਪ ਮੰਗਾਈ ਜਾ ਸਕਦੀ ਹੈ, ਨਹੀਂ ਰਹਿੰਦਾ ਤਾਂ ਹੋਟਲ ਬੁਕਿੰਗ ਦਿਖਾ ਕੇ ਵੀ ਜਾਇਆ ਜਾ ਸਕਦਾ। ਬਟ ਡਿਪੈਂਡ ਕਰਦਾ ਕਿ ਤੁਹਾਡੀ ਪ੍ਰੋਫਾਈਲ ਇਹ ਚੀਜ਼ ਸਾਬਤ ਕਰਦੀ ਹੈ ਕਿ ਤੁਸੀਂ ਇੱਕ ਜੈਨੂਇਨ ਵਿਜ਼ਟਰ ਹੋ, ਜਾ ਕੇ ਵਾਪਸ ਆਓਗੇ। ਇਹ ਚੀਜ਼ ਦੋ ਚੀਜ਼ਾਂ ਸਾਬਤ ਕਰੋਗੇ ਕਿ ਜਾਣ ਦਾ ਕਾਰਨ ਤੇ ਵਾਪਸ ਆਉਣ ਦੀ ਰੀਜ਼ਨ, ਇਹ ਦੋ ਚੀਜ਼ਾਂ ਹੈਗੀਆਂ ਨੇ। ਕੋਈ ਵੀ ਦੁਨੀਆ ਦੀ ਐਮਬੈਸੀ ਦਾ ਵੀਜ਼ਾ ਅਫਸਰ ਵੀਜ਼ਾ ਰਿਫਿਊਜ਼ ਨਹੀਂ ਕਰ ਸਕਦਾ ਤੁਹਾਡਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਦਰਸ਼ਕਾਂ ਦਾ ਵੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਵੱਖ-ਵੱਖ ਟੌਪਿਕਸ ਦੇ ਉੱਪਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਵੀ ਟੌਪਿਕ ਦੇ ਸੰਬੰਧੀ ਮਨ ਦੇ ਵਿੱਚ ਕੋਈ ਸਵਾਲ ਹੈਗਾ ਤੁਸੀਂ RS ਗਲੋਬਲ ਦੇ ਨੰਬਰਾਂ ਦੇ ਉੱਪਰ ਕਾਲ ਕਰ ਸਕਦੇ ਹੋ। ਕੋਈ ਖਾਸ ਸੁਨੇਹਾ? ਭਾਜੀ ਬਸ ਇੱਕੋ ਰਿਕੁਐਸਟ ਕਰੂੰਗਾ ਜੀ, ਨੰਬਰ ਤੁਹਾਡੇ ਪਿਆਰ ਕਰਕੇ ਬੜੇ ਬਿਜ਼ੀ ਹੁੰਦੇ ਨੇ, ਕਈ ਵਾਰ ਨਹੀਂ ਵੀ ਗੱਲ ਹੋ ਪਾਉਂਦੀ, ਨਹੀਂ ਫੋਨ ਚੱਕਿਆ ਜਾਂਦਾ। ਇੱਕੋ ਸਲਾਹ ਦੂੰਗਾ ਕਿ ਆਪਣਾ WhatsApp ਮੈਸੇਜ, ਟੈਕਸਟ ਮੈਸੇਜ ਜਾਂ ਜੋ ਮੈਂ ਥੱਲੇ ਈਮੇਲ ਜਾਂ Facebook ਦਾ ਪੇਜ ਆਪਣਾ ਚੱਲ ਰਿਹਾ, ਆਪਣੇ ਮੈਸੇਜ ਲਿਖ ਕੇ ਭੇਜ ਦਿਓ, ਆਪਣੇ ਸੁਝਾਅ ਲਿਖ ਕੇ ਭੇਜੋ। ਜਿਵੇਂ ਅੱਜ ਮੈਂ ਆਸਟ੍ਰੇਲੀਆ ਸਪਾਊਸ ਵੀਜ਼ੇ ਬਾਰੇ ਬੋਲਿਆ, ਇਹ ਵੀ ਤੁਹਾਡੇ ਸੁਝਾਅ ਸਦਕਾ ਬੋਲਿਆ। ਅਗਲੇ ਸ਼ੋਅ 'ਚ ਕਿਸ ਟੌਪਿਕ ਤੇ ਬੁਲਾਉਣਾ ਚਾਹੁੰਦੇ ਹੋ ਉਹਦੇ ਸੁਝਾਅ ਲਿਖ ਕੇ ਜ਼ਰੂਰ ਭੇਜੋ। ਜੇ ਕੋਈ ਗੱਲ ਬੁਰੀ ਲੱਗੀ ਹੈ ਹੱਥ ਜੋੜ ਕੇ ਮਾਫੀ, ਚੰਗਾ ਬੋਲਿਆ ਤਾਂ ਉਹਦੀ ਸ਼ਾਬਾਸ਼ੀ ਜ਼ਰੂਰ ਭੇਜੋ। ਥੈਂਕ ਯੂ ਜੀ। ਕੱਲ 3:30 ਵਜੇ ਫਿਰ ਮਿਲਾਂਗੇ। ਉਦੋਂ ਤੱਕ ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਸ਼ੁਕਰੀਆ।